KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਤ ਵੱਲੋਂ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। 29 ਅਪ੍ਰੈਲ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਰੇਡੀਓ ਇੰਡੀਆ ਦੇ ਪ੍ਰੋਗਰਾਮਸ ਦੁਨੀਆ ਭਰ 'ਚ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ KRPA 1110 AM ਤੇ ਰੇਡੀਓ ਇੰਡੀਆ ਦੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ, ਇੱਕ ਨਾ ਰਿਪੋਰਟ ਆਈ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਵਾਰਾ ਕੁੱਤਿਆਂ ਦੀ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਗੰਭੀਰ ਸਮੱਸਿਆ ਬਣੀ ਹੋਈ ਆ ਤੇ ਕਈ ਜਿਹੜੇ ਸਰਕਾਰੀ ਹਸਪਤਾਲ ਹੈਗੇ ਉਹਨਾਂ ਕੋਲ ਇੰਜੈਕਸ਼ਨ ਵੀ ਨਹੀਂ, ਵੀ ਜੇ ਕੋਈ ਕੁੱਤਾ ਕਿਸੇ ਨੂੰ ਕੱਟ ਲੈਂਦਾ ਤੇ ਉਹ ਜਾਂਦੇ ਤੇ ਇੰਜੈਕਸ਼ਨ ਵੀ ਉੱਥੇ ਹੈ ਨਹੀਂ, ਨਾ ਪ੍ਰਸ਼ਾਸਨ ਵੱਲੋਂ ਤੇ ਨਾ ਹੀ ਸਰਕਾਰਾਂ ਵੱਲੋਂ ਇਸ ਸੰਬੰਧੀ ਕੁਝ ਵੀ ਕੀਤਾ ਜਾ ਰਿਹਾ। ਤੁਸੀਂ ਇਸ ਰਿਪੋਰਟ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹੈਰਾਨੀ ਦੀ ਗੱਲ ਇਹ ਆ ਕਿ ਜਿਨ੍ਹਾਂ ਦੇ ਕੋਲ ਇੰਜੈਕਸ਼ਨ ਨਹੀਂ ਆ, ਤੁਸੀਂ ਕੋਈ ਵੀ ਸਰਕਾਰੀ ਹਸਪਤਾਲ ਜਾ ਕੇ ਦੇਖੋ, ਉੱਥੇ ਕੁੱਤੇ ਬਹੁਤ ਆ। ਹਾਂਜੀ। ਖਾਸ ਤੌਰ ਤੇ ਜਿੱਦਾਂ ਉਹਨਾਂ ਨੇ ਇੱਕ ਸੱਦਾ ਪੱਤਰ ਦਿੱਤਾ ਹੁੰਦਾ ਨਾ ਵੀ ਸਰਕਾਰੀ ਹਸਪਤਾਲ 'ਚ ਆ ਕੇ ਬੈਠੋ, ਉੱਥੇ ਬੰਦੇ ਮਰੀਜ਼ ਘੱਟ ਰਹਿੰਦੇ ਆ ਪਰ ਕੁੱਤੇ ਜ਼ਿਆਦਾ ਰਹਿੰਦੇ ਆ। ਪੰਜਾਬ ਦੇ ਵਿੱਚ ਕੋਈ 3.25 ਲੱਖ ਅਵਾਰਾ ਕੁੱਤਾ ਹੈ। ਹਾਂਜੀ। ਹੁਣ ਪਹਿਲਾਂ ਜਿਹੜੀ ਸੋਲੂਸ਼ਨ ਹੁੰਦਾ ਸੀ ਉਹ ਵੀ ਬਰੂਟਲ ਹੁੰਦਾ ਸੀ ਕਿ ਹੈਲਥ ਅਥਾਰਟੀਜ਼ ਵਾਲੇ ਆਉਂਦੇ ਆ, ਕੁੱਤਿਆਂ ਨੂੰ ਦਵਾਈ ਪਾ ਜਾਂਦੇ ਆ, ਉਹ ਮਰ ਜਾਂਦੇ ਸੀ, ਮਰਿਆਂ ਦੀਆਂ ਲਾਸ਼ਾਂ ਨੂੰ ਫਿਰ ਹੋਰ ਜਾਨਵਰ ਖਾਂਦੇ ਸੀ ਤਾਂ ਉਹ ਵੀ ਮਰਦੇ ਹੀ ਹੋਣੇ। ਹਾਂਜੀ। ਮੁਸ਼ਕ ਆਉਂਦਾ ਹੁੰਦਾ ਸੀ ਪਿੰਡਾਂ ਦੇ ਵਿੱਚ, ਕੁੱਤਾ ਮਰਿਆ ਹੈ ਕਹਿਣਾ। ਤੇ ਉਸ ਤੋਂ ਬਾਅਦ ਮੇਨਕਾ ਗਾਂਧੀ ਨੇ ਇੱਕ ਇੰਟਰਨੈਸ਼ਨਲੀ ਕੋਈ ਆਰਗੇਨਾਈਜੇਸ਼ਨ ਹੈ, ਉਹਦੀ ਮੈਂਬਰ ਹੈ ਉਹਨਾਂ ਨੇ ਇਹ ਕਾਨੂੰਨ ਪਾਸ ਕਰਵਾਤਾ ਕਿ ਤੁਸੀਂ ਕੁੱਤਿਆਂ ਨੂੰ ਮਾਰ ਨਹੀਂ ਸਕਦੇ। ਹੁਣ ਜੇ ਤੁਸੀਂ ਕੁੱਤੇ ਦੇ ਛਿੱਟੀ ਮਾਰਦੇ ਤੁਹਾਡੇ ਤੇ ਮੁਕੱਦਮਾ ਚੱਲ ਪੈਂਦਾ, ਬੰਦੇ ਦੇ ਮਾਰਨੇ ਤਾਂ ਠੀਕ ਹੈ ਜੀ। ਇਹ ਹਾਲਾਤ ਆ ਉੱਥੇ। ਸੋ ਤੁਸੀਂ ਕਹਿ ਦੋ ਕਿ ਮੇਨਕਾ ਗਾਂਧੀ ਕੁੱਤਿਆਂ ਦੀ ਸਰਦਾਰ ਬਣ ਗਈ ਹੈ। ਦਿੱਲੀ ਇੱਕ ਜਗ੍ਹਾ ਮੈਂ ਦੇਖੀ ਹੈ ਵੀ ਜਿੱਥੇ ਕੁੱਤਿਆਂ ਲਈ ਸ਼ੈਲਟਰ ਬਣਾਏ ਆ। ਤੁਸੀਂ ਇਹ ਨਹੀਂ ਹੈ ਵੀ ਦਿੱਲੀ ਦੇ ਵਿੱਚ ਨਹੀਂ ਗਏ ਅਵਾਰਾ ਕੁੱਤੇ ਉੱਥੇ ਹੀ ਬਹੁਤ ਤੁਰੇ ਫਿਰਦੇ ਆ, ਪਰ ਕੁਛ ਇੱਕ ਸ਼ੈਲਟਰ ਹੈਗੇ ਜਿਨ੍ਹਾਂ ਦੇ ਵਿੱਚੋਂ ਇੱਕ ਸੰਜੇ ਗਾਂਧੀ ਸ਼ੈਲਟਰ ਹੈ, ਐਕਚੁਅਲੀ ਉਹਦਾ ਨਾਂ ਸੰਜੇ ਗਾਂਧੀ ਦੇ ਨਾਂ ਤੇ ਰੱਖਿਆ ਹੈ। ਹੁਣ ਉਹਦੇ ਵਿੱਚ ਇੱਕ ਦਿਲਚਸਪ ਗੱਲ ਸਾਹਮਣੇ ਆਉਂਦੀ ਸੀ, ਉਹ ਸੀ ਕਿ ਇੱਕ ਪੱਤਰਕਾਰ ਨੇ ਮੈਨੂੰ ਦੱਸਿਆ, ਉਹ ਕਹਿੰਦਾ ਕਿ ਇੱਥੇ ਕੁੱਤਿਆਂ ਨੂੰ ਮੁਰਗੇ ਫੀਡ ਕਰਦੇ। ਮੈਂ ਕਿਹਾ ਤੂੰ ਜਾ ਕੇ ਮੁਰਗਿਆਂ ਦੀ ਜਥੇਬੰਦੀ ਬਣਾ ਲਾ ਇੱਕ। ਜੇ ਕੁੱਤਿਆਂ ਦੀ ਗੱਲ ਕਰਦੇ ਹਾਂ ਵੀ ਕੁੱਤਿਆਂ ਨੂੰ ਨਹੀਂ ਮਾਰਨਾ ਚਾਹੀਦਾ, ਹਾਂਜੀ, ਫਿਰ ਮੁਰਗਿਆਂ ਵਾਲੀ ਵੀ ਜਥੇਬੰਦੀ ਹੋਣੀ ਚਾਹੀਦੀ ਹੈ ਜਿਹੜੀ ਮੁਰਗਿਆਂ ਨੂੰ ਨਹੀਂ ਮਾਰਨਾ ਚਾਹੀਦਾ। ਮੁਰਗਿਆਂ ਨੇ ਕੀ ਕਸੂਰ ਕੀਤਾ ਹੈ? ਉਹ ਕਿਹੜੇ ਸਾਡੀ ਲੱਤਾਂ ਮਾਰਦੇ ਆ? ਹਾਂਜੀ। ਕੁੱਤੇ ਤਾਂ ਵੱਢਦੇ ਆ ਨਾ, ਮੁਰਗੇ ਤਾਂ ਨਹੀਂ ਵੱਢਦੇ ਤੁਹਾਨੂੰ, ਉਹਨਾਂ ਨੂੰ ਮਾਰਦੇ ਆ ਤੁਸੀਂ। ਸੋ ਮੁਰਗਿਆਂ ਨੂੰ ਫੀਡ ਕਰਨਾ ਠੀਕ ਆ ਮੇਨਕਾ ਗਾਂਧੀ ਦੇ ਹਿਸਾਬ ਨਾਲ, ਕੁੱਤਿਆਂ ਨੂੰ ਮਾਰਨਾ ਗਲਤ ਹੈ। ਹੁਣ ਇੱਕ ਪ੍ਰੋਬਲਮ ਤਾਂ ਹੈਗੀ ਆ ਡੌਗ ਬਾਈਟਸ ਦੀ ਸਿੱਧੀ ਜੀ ਪੰਜਾਬ ਦੇ ਵਿੱਚ, ਉਹਦੇ ਨਾਲ ਬੰਦਾ ਹੜਕ ਸਕਦਾ ਹੈ ਕਿਉਂਕਿ ਰੇਬੀਜ਼ ਹੋ ਜਾਂਦੀ ਆ। ਜਿਹੜੇ ਅਵਾਰਾ ਕੁੱਤੇ ਇਹਨਾਂ ਦੇ ਕੋਈ ਟੀਕੇ ਤਾਂ ਲਾਉਣ ਜਾਂਦਾ ਨਹੀਂ ਜੀ। ਦੂਸਰੀ ਜਿਹੜੀ ਗੱਲ ਹੈਗੀ ਆ ਉਹ ਬੱਚਿਆਂ ਨੂੰ ਕਈਆਂ ਜਗ੍ਹਾ ਤੇ ਉਹਨਾਂ ਨੇ ਮਾਰਿਆ ਜੀ। ਤੁਸੀਂ ਅਕਸਰ ਸੁਣਦੇ ਆ ਕਿ ਫਲਾਣੇ ਥਾਂ ਬੱਚਾ ਚੱਕ ਲਿਆ, ਫਿਰ ਲੋਕਾਂ ਦੇ ਕੱਟੇ ਵੱਛੇ ਜਿਹੜੇ ਆ ਬੰਨੇ ਹੁੰਦੇ ਆ ਉਹਨਾਂ ਨੂੰ। ਇਹਨਾਂ ਦੀ ਪੈਕ ਮੈਂਟੈਲਿਟੀ ਆ ਕੁੱਤਿਆਂ ਦੀ। ਹੁਣ ਇੱਕ ਤਾਂ ਜਿਹੜੀਆਂ ਪਹਿਲਾਂ ਅਸੀਂ ਗਾਈਆਂ ਮੱਝਾਂ ਹੱਡਾ ਰੋੜੀ ਛੱਡ ਕੇ ਆਉਂਦੇ ਹੁੰਦੇ ਸੀ, ਇਹ ਵੀ ਇੰਡੀਆ ਦਾ ਯੂਨੀਕ ਹੀ ਸਿਸਟਮ ਹੈ। ਇੱਥੇ ਵੀ ਤਾਂ ਪਸ਼ੂ ਮਰਦੇ ਹੀ ਆ, ਤੁਸੀਂ ਦੇਖਦੇ ਨਹੀਂ ਕਿਤੇ ਹੱਡਾ ਰੋੜੀ ਹੋਵੇ, ਹੈਗੀ ਕਿਤੇ ਸਰੀ ਦੇ ਵਿੱਚ ਵੈਨਕੂਵਰ ਤੁਸੀਂ ਦੇਖੀ ਹੋਵੇ? ਨਹੀਂ, ਬਿਲਕੁਲ ਵੀ ਨਹੀਂ। ਨਹੀਂ ਹੈ ਨਾ। ਇਹ ਇਹਨਾਂ ਦੇ ਕੋਲ ਵੀ ਤਾਂ ਪ੍ਰੋਸੈਸ ਹੈਗਾ ਕਿਸੇ ਤਰੀਕੇ ਨਾਲ। ਜੋ ਪਸ਼ੂ ਮਰਦੇ ਆ ਉਹਨਾਂ ਨੂੰ ਡਿਸਪੋਜ਼ ਕਰਦੇ ਆ, ਉੱਥੇ ਚੱਕ ਕੇ ਉਹ ਸਿੱਟੇ ਆਉਂਦੇ ਆ, ਤੇ ਜਿਹੜੇ ਆਉਂਦੇ ਆ ਬੰਦੇ ਉਹਦਾ ਚੰਮ ਲਾਉਣ ਵਾਲੇ ਉਹ ਪਹਿਲਾਂ ਪਹੁੰਚ ਜਾਂਦੇ ਆ, ਉਹ ਐਕਚੁਅਲੀ ਚੱਕ ਕੇ ਲੈ ਜਾਂਦੇ। ਹੁਣ ਤੁਹਾਡਾ ਜਿਹੜੀ ਮੱਝ ਮਰੀ ਆ ਜਾਂ ਗਾਂ ਮਰੀ ਆ ਉਹਨੂੰ ਚੱਕ ਕੇ ਲੈ ਜਾਂਦੇ ਆ, ਉਹਦੀ ਚੰਮ ਲਾ ਲੈਂਦੇ ਆ। ਬਾਕੀ ਦਾ ਮਾਸ ਜਿਹੜਾ ਪਹਿਲਾਂ ਗਿਲਜਾਂ ਖਾਂਦੀਆਂ ਹੁੰਦੀਆਂ ਸੀ, ਗਿਲਜਾਂ ਹੁਣ ਬੋਰਡ ਵਗੈਰਾ ਖਤਮ ਹੋ ਗਿਆ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਕੋਈ ਬੋਰਡ ਨਹੀਂ ਤੁਹਾਨੂੰ ਪੁਰਾਣਾ ਦੀਦਾ।
ਉਹਨਾਂ ਦਾ ਹੈਬਿਟੈਟ ਖਤਮ ਕਰਤਾ ਤਾਂ ਉਹ ਵੀ ਖਤਮ ਹੋ ਗਈਆਂ ਜੀ। ਸੋ ਹੁਣ ਜਿਹੜੇ ਕੁੱਤੇ ਉੱਥੇ ਤੁਸੀਂ ਸਾਡਾ ਰੋੜੀ ਦੇਖਦੇ ਆ, ਜਿਹੜੇ ਕੁੱਤੇ ਪਹਿਲਾਂ ਪਿੰਡਾਂ ਦੇ ਵਿੱਚ ਰੋਟੀ ਵਗੈਰਾ ਪਾਉਂਦੇ ਹੁੰਦੇ ਸੀ, ਹੁਣ ਉਹ ਮਾਸਾਹਾਰੀ ਆ ਸਾਰੇ, ਉਹ ਸਾਰਾ ਜਾਨਵਰ ਉਹੋ ਹੀ ਖਾਂਦੇ ਆ ਉੱਥੇ। ਤੁਸੀਂ ਸਾਡਾ ਰੋੜੀ ਜਾ ਕੇ ਦੇਖੋ, ਜਿੱਦਾਂ ਕੁੱਤਿਆਂ ਦੀ ਕੋਈ ਮੀਟਿੰਗ ਚੱਲਦੀ ਹੁੰਦੀ ਹੈ, ਇੰਨੇ ਕੁੱਤੇ ਹੁੰਦੇ ਉੱਥੇ। ਅੱਛਾ, ਫਿਰ ਆਮ ਲੋਕਾਂ ਦਾ ਬਾਹਰ ਜਾਣਾ ਮੁਸ਼ਕਿਲ ਹੋਇਆ। ਮੈਂ ਤੁਹਾਨੂੰ ਜਲੰਧਰ ਦੀ ਗੱਲ ਦੱਸਦਾ, ਮੈਂ ਪਿੱਛੇ ਜਿਹਾ ਗਿਆ ਤਾਂ ਉੱਥੇ ਉਹਦੇ ਘਰ ਦੇ ਮੋਹਰੇ ਬੰਦੇ ਦੇ, ਜਿੱਦਾਂ ਸਿਟੀ ਦੇ ਵਿੱਚ ਪਾਰਕਸ ਹੈਗੀਆਂ ਛੋਟੀ ਛੋਟੀਆਂ ਸਿਟੀ ਵਾਲੀਆਂ ਪਾਰਕਸ, ਉਹਨਾਂ ਦੇ ਫੈਂਸ ਵੀ ਕੀਤੀ ਹੁੰਦੀ ਆਲੇ ਦੁਆਲੇ, ਤੇ ਵਿਚਕਾਰ ਬੱਚਿਆਂ ਦੇ ਖੇਡਣ ਲਈ ਵੀ ਉਹਨਾਂ ਨੇ ਕੁਝ ਬਣਾਇਆ ਹੁੰਦਾ। ਗੱਲ ਤਾਂ ਚੰਗੀ ਆ ਵੈਸੇ, ਤੁਸੀਂ ਤੁਰ ਫਿਰ ਸਕਦੇ ਆ, ਬੱਚੇ ਖੇਡ ਸਕਦੇ ਆ, ਪਰ ਉੱਥੇ ਕੁੱਤੇ ਇੰਨੇ ਸੀ। ਮੈਂ ਉਹਨੂੰ ਬੰਦੇ ਨੂੰ ਕਿਹਾ, ਮੈਂ ਕਿਹਾ ਮੈਂ ਇੱਦਾਂ ਕਰਦਾ ਵੀ ਥੋੜ੍ਹਾ ਜਿਹਾ ਤੁਰਿਆ ਆਉਣਾ। ਕਹਿੰਦਾ ਨਾ ਨਾ ਭਾਈ ਜਾਈ ਨਾ, ਉੱਥੇ ਕਹਿੰਦਾ ਅਵਾਰਾ ਕੁੱਤੇ ਆ ਤੇ ਤੋਂ ਨੱਠ ਵੀ ਨਹੀਂ ਹੋਣਾ। ਉੱਥੇ ਅਵਾਰਾ ਕੁੱਤੇ ਇੰਨੇ ਸੀ ਨਾ, ਤੇ ਜੇ ਮੈਂ ਬੰਦੇ ਦੇਖੇ ਉੱਥੇ ਆਉਂਦੇ ਤਾਂ ਸਿਰਫ ਕੁਝ ਨੌਜਵਾਨ ਆਏ ਜਿਹੜੇ ਵਾਲੀਬਾਲ ਖੇਲਣ ਆਏ। ਉਹਨਾਂ ਨੇ ਆਪਣਾ ਨੈੱਟ ਲਿਆਂਦਾ, ਅਸੀਂ ਖੇਲਦੇ ਸੀ ਕੁਛ, ਤਾਂ ਕੁਛ ਇੱਕ ਡਾਂਗਾ ਫੜ ਕੇ ਖੜੇ ਸੀਗੇ ਕਿ ਜੇ ਕੁੱਤਿਆਂ ਨੇ ਕੁਛ ਕਿਹਾ ਤਾਂ ਅਸੀਂ ਡਾਂਗਾ ਮਾਰਾਂਗੇ। ਤਾਂ ਉਦੋਂ ਬਾਅਦ ਚਲ ਗਏ, ਹੋਰ ਕੋਈ ਨਹੀਂ ਆਇਆ ਉੱਥੇ। ਇੱਕ ਪਾਰਕ ਬਣਾਈ ਹੈ ਸਿਰਫ ਕੁੱਤਿਆਂ ਲਈ। ਡਾਕਟਰ ਸਾਹਿਬ, ਵੈਸੇ ਨਾ 2012 ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਆਇਆ ਸੀ। ਉਸ ਸਮੇਂ ਇੱਕ ਵਿਧਾਇਕ ਨੇ ਸੁਝਾਅ ਦਿੱਤਾ ਕਿ ਜਿਹੜੇ ਸਾਰੇ ਕੁੱਤੇ ਆ ਨਾ, ਇਹਨਾਂ ਨੂੰ ਨਾਗਾਲੈਂਡ, ਮਿਜ਼ੋਰਮ ਤੇ ਚੀਨ ਭੇਜ ਦਿੱਤਾ ਜਾਵੇ, ਕਿਉਂਕਿ ਉੱਥੇ ਲੋਕ ਕੁੱਤਿਆਂ ਦਾ ਮਾਸ ਖਾਂਦੇ ਆ। ਅਜਿਹਾ ਸੁਝਾਅ ਦਿੱਤਾ ਗਿਆ ਸੀ ਉਸ ਵਕਤ, ਜਿਹਦੇ ਤੇ ਕਾਫੀ ਜ਼ਿਆਦਾ ਚਰਚਾ ਹੋਈ ਤੇ ਕਿੰਨੇ ਦਿਨ ਸੁਰਖੀਆਂ 'ਚ ਰਹੀ ਇਹ ਖਬਰ। ਦਿਲਚਸਪ ਗੱਲ ਹੈ, ਕਿਉਂਕਿ ਇਹ ਮੈਂ ਗੱਲ ਹੀ ਸੁਣੀ ਹੈ, ਮੈਂ ਆਪ ਨਹੀਂ ਵੈਰੀਫਾਈ ਕੀਤਾ। ਕਹਿੰਦੇ ਇੱਕ ਵਾਰੀ ਹੁਸ਼ਿਆਰਪੁਰ ਦੇ ਵਿੱਚ ਨਾਗਾ ਬਟਾਲੀਅਨ ਲਾਈ ਸੀ CRPF ਦੀ, ਤੇ ਉਹ ਕੁਛ ਦੇਰ ਉੱਥੇ ਹੁਸ਼ਿਆਰਪੁਰ ਵਿੱਚ ਰਹੇ, ਤੇ ਉਦੋਂ ਬਾਅਦ ਉਹ ਜਿੰਨੇ ਅਵਾਰਾ ਕੁੱਤੇ ਉੱਥੇ ਕਹਿੰਦੇ ਖਤਮ ਹੋ ਗਏ। ਮੈਂ ਕਿਹਾ ਫਿਰ ਉਹਨਾਂ ਨੂੰ ਕੱਲੇ ਕੱਲੇ ਡਿਸਟ੍ਰਿਕਟ ਦੇ ਵਿੱਚ ਥੋੜਾ ਥੋੜਾ ਮਹੀਨਾ ਦੇ ਦਿਓ ਜੇ ਤੁਸੀਂ ਖਤਮ ਕਰਨੀ ਹੈ। ਹੁਣ ਹੋ ਸਕਦਾ ਲੁਧਿਆਣੇ 2 ਮਹੀਨੇ ਚਾਹੀਦੇ ਆ। ਲੁਧਿਆਣੇ ਦੇ ਵਿੱਚ ਕੁੱਤੇ ਸਭ ਤੋਂ ਜ਼ਿਆਦਾ ਵੱਢਦੇ ਆ, ਵੈਸੇ ਲੁਧਿਆਣੇ ਦੀ ਆਬਾਦੀ ਵੀ ਜ਼ਿਆਦਾ ਸਾਰਿਆਂ ਨੂੰ, ਇਸ ਕਰਕੇ ਵੀ ਆ ਜੀ ਜੀ। ਹੁਣ ਇਸ਼ੂ ਜਿਹੜੀ ਆਉਂਦੀ ਆ ਕਿ ਅਵਾਰਾ ਕੁੱਤੇ ਤਾਂ ਇੱਥੇ ਵੀ ਲੋਕਾਂ ਦੇ ਕੋਲ, ਹਾਂਜੀ, ਡੋਮੈਸਟਿਕੇਟਡ ਕੁੱਤੇ ਬਹੁਤ ਹੈ ਜੀ। ਜੇ ਕੁੱਤਿਆਂ ਦੀ ਇੱਥੇ ਸਰੀ ਦੇ ਵਿੱਚ 84 ਤੇ ਇੱਕ ਸਪੈਸ਼ਲ ਪਾਰਕ ਬਣਾਈ ਹੈ, ਔਰ ਉੱਥੇ ਉਹਨਾਂ ਨੇ ਕੁੱਤੇ ਹੀ ਲੈ ਕੇ ਜਾ ਸਕਦੇ। ਤੁਸੀਂ ਕੁੱਤੇ ਲੋਕੀ ਜਾਂਦੇ ਆ ਲੈ ਕੇ, ਸੰਗੜੀ ਪਾਈ ਹੁੰਦੀ ਉਹਨਾਂ ਦੇ, ਜੇ ਨਹੀਂ ਪਾਉਂਦੇ ਤੁਸੀਂ ਪੁਲਿਸ ਨੂੰ ਫੋਨ ਕਰੋ। ਹਾਂਜੀ, ਇਹ ਲਾਅ ਸਾਡੇ ਕੋਈ ਇਦਾਂ ਦੀ ਗੱਲ ਨਹੀਂ ਹੈ। ਮੇਨਕਾ ਗਾਂਧੀ ਨੂੰ ਇੱਕ ਗੱਲ ਤਾਂ ਚੇਤੇ ਆ ਗਈ ਵੀ ਮੈਂ ਇੰਟਰਨੈਸ਼ਨਲ ਕਾਨਫਰੰਸ ਤੇ ਜਾ ਕੇ ਬੈਠਿਆ ਕਰੂੰਗੀ। ਦੂਸਰੀ ਗੱਲ ਇਹ ਨਹੀਂ ਯਾਦ ਆਈ ਕਿ ਜੇ ਅਵਾਰਾ ਕੁੱਤੇ ਆਈ ਜਾਂਦੇ ਆ, ਇੱਕ ਤਾਂ ਉਹਨਾਂ ਦੇ ਕਦੇ ਜਿਹੜਾ ਉਹਨਾਂ ਦੀ ਆਬਾਦੀ ਰੋਕਣ ਲਈ ਟੀਕੇ ਲਾਏ ਜਾਂਦੇ ਆ ਨਾ, ਉਹਨਾਂ ਦੇ ਜਿਹੜੇ ਅਵਾਰਾ ਕੁੱਤਿਆਂ ਦੇ ਬਿਲਕੁਲ ਨਹੀਂ ਲੱਗਦੇ। ਸੋ ਉਹਨਾਂ ਦੀ ਆਬਾਦੀ ਬਹੁਤ ਜ਼ਿਆਦਾ ਵੱਧ ਰਹੀ ਹੈ ਜੀ, ਬਿਲਕੁਲ। ਤੇ ਉਹ ਬੱਚਿਆਂ ਨੂੰ ਕਿਹਨਾਂ ਨੂੰ ਚੱਕਦੇ ਆ? ਗਰੀਬਾਂ ਦੇ ਨੂੰ। ਹੁਣ ਤੁਸੀਂ ਕਦੇ ਸੁਣਿਆ ਵੀ ਅੰਬਾਨੀ ਦਾ ਬੱਚਾ ਚੱਕ ਲਿਆ ਉਹਨਾਂ? ਇਹ ਜਿਹੜੇ ਗਰੀਬ ਬੱਚੇ ਆ, ਜਿਹੜੇ ਵਿਚਾਰੇ ਤੁਰੇ ਫਿਰਦੇ, ਆਪ ਵੀ ਕੁਛ ਢੇਰ ਤੋਂ ਮਿਲ ਗਿਆ, ਕੁਛ ਤੁਰਿਆਂ ਜਾਂਦਿਆਂ ਨੂੰ ਮਿਲ ਗਿਆ, ਉਹ ਚੱਕ ਕੇ ਖਾ ਲਿਆ, ਤੇ ਉਹਨਾਂ ਨੂੰ ਚੱਕ ਲੈਂਦੇ ਕੁੱਤੇ। ਹੁਣ ਜਿਹੜਾ ਡੋਮੈਸਟਿਕੇਟਡ ਕੁੱਤਾ ਆ, ਇਹ ਇੱਕ ਬੜਾ ਵਫਾਦਾਰ ਕੁੱਤਾ ਹੈ। ਕਹਿੰਦੇ ਹੁੰਦੇ ਨੇ, ਕਹਾਵਤ ਹੈ ਵੀ ਤੁਸੀਂ 9 ਸਾਲ ਬਿੱਲੀ ਨੂੰ ਦੁੱਧ ਪਿਲਾਈ ਚੱਲੋ, ਉਹਨੂੰ ਦੂਸਰੇ ਦਿਨ ਭੁੱਲ ਜਾਣਾ, ਤੇ ਕੁੱਤੇ ਨੂੰ ਇੱਕ ਦਿਨ ਦੁੱਧ ਪਿਲਾ ਦੋ, 9 ਸਾਲ ਯਾਦ ਰਹਿੰਦਾ। ਹਾਂਜੀ, ਇਹ ਵਫਾਦਾਰੀ ਦੀ ਮਤਲਬ ਮਿਸਾਲ ਆ। ਹਾਂਜੀ, ਹੁਣ ਤੁਸੀਂ ਆਪਣੇ ਪੰਜਾਬੀ ਚ ਗਾਲ ਵੀ ਕੱਢਦੇ ਹੁੰਦੇ ਕੁੱਤਾ ਜੀ, ਅਗਲੇ ਦਾ ਨਾਂ ਲੈ ਨਾ ਕੁੱਤਾ ਆ। ਹੁਣ ਮੈਨੂੰ ਪਤਾ ਨਹੀਂ ਲੱਗਦਾ ਵੀ ਇਹ ਤੌਹੀਨ ਕੁੱਤੇ ਦੀ ਕਰਦੇ ਕਿ ਉਹਦੀ ਕਰਦੇ ਆ ਜੀ। ਬਿਲਕੁਲ, ਕਈ ਕੇਸਿਸ ਤਾਂ ਇਦਾਂ ਲੱਗਦਾ ਵੀ ਕੁੱਤੇ ਨੂੰ ਆਬਜੈਕਸ਼ਨ ਕਰਨਾ ਚਾਹੀਦਾ ਵੀ ਮੈਨੂੰ ਉਹਨਾਂ ਕੰਪੇਅਰ ਨਾ ਕਰ। ਹਾਂਜੀ, ਬਿਲਕੁਲ ਸਹੀ ਕਿਹਾ। ਮੈਂ ਤਾਂ ਵਫਾਦਾਰ ਹਾਂ, ਜੇ ਤੁਸੀਂ ਮੈਨੂੰ ਰੋਟੀ ਖਿਲਾਉਂਦੇ ਆ ਤਾਂ ਮੈਂ ਤੁਹਾਡੇ ਲਈ ਲੜਦਾ ਹਾਂ। ਵਫਾਦਾਰੀ ਦੀ ਮਿਸਾਲ ਆ ਕੁੱਤਾ ਜੀ। ਤੇ ਇੱਥੇ ਲੋਕੀ ਤੁਹਾਨੂੰ ਸਾਰੀ ਉਮਰ ਖਾ ਕੇ ਲੱਤਾਂ ਮਾਰਦੇ ਤੁਹਾਡੇ ਜੀ। ਬਿਲਕੁਲ, ਤਾਂ ਉਹਨਾਂ ਨੂੰ ਕੁੱਤੇ ਕਿਉਂ ਕਹਿਣਾ ਜੀ? ਸੋ ਇੱਕ ਵੱਡੀ ਪਾਲਿਸੀ ਜਿਹੜੀ ਆ, ਬਾਕੀ ਪਾਲਿਸੀਜ਼ ਵਾਂਗੂ ਇੱਕ ਸ਼ੈਲਟਰ ਇਹਨਾਂ ਨੂੰ ਬਣਾਉਣੇ ਚਾਹੀਦੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਤਾਂ ਕਿ ਕੁੱਤੇ ਜਿਹੜੇ ਅਵਾਰਾ ਕੁੱਤੇ ਉਹਨਾਂ ਨੂੰ ਉੱਥੇ ਰੱਖਿਆ ਜਾਵੇ।
ਫਿਰ ਹੈਲਥ ਡਿਪਾਰਟਮੈਂਟ ਨੂੰ ਇਹ ਤਾਂ ਕੰਮ ਕਮ ਸੇ ਕਮ ਕਰਨ ਕਿ ਜਿਹੜੇ ਆਬਾਦੀ ਕੰਟਰੋਲ ਕਰਨ ਵਾਲੇ ਟੀਕੇ ਉਹਨਾਂ ਦੇ ਲਾਉਣ, ਕਿਉਂਕਿ ਆਬਾਦੀ ਬਹੁਤ ਜ਼ਿਆਦਾ ਵੱਧ ਰਹੀ ਹੈ ਉਹਨਾਂ ਦੀ। ਹਾਂਜੀ। ਤੇ ਦੂਸਰਾ ਜਿਹੜਾ ਉਹਨਾਂ ਦਾ ਪੈਕ ਮੈਂਟੈਲਿਟੀ ਇੱਥੋਂ ਬਣੀ ਆ ਕਿ ਜਿਹੜੇ ਜਾਨਵਰ ਖਾਂਦੇ ਆ ਹੱਡਾ ਰੂੜੀ ਦੇ ਵਿੱਚ ਜਾ ਕੇ ਪਸ਼ੂ ਉੱਦਾਂ ਹੀ ਸਿੱਟੇ ਆਉਂਦੇ ਆ, ਉਹਨਾਂ ਨੂੰ ਫਿਰ ਕੁੱਤਿਆਂ ਨੂੰ ਮਿਲਿਆ ਆ ਉਹ ਖਾਣ ਨੂੰ। ਉਹ ਮੱਝ ਤੁਸੀਂ ਸਿੱਟ ਕੇ ਆਉਂਦੇ, ਕਿੰਨਾ ਮਾਸ ਆ ਉਹਨਾਂ ਦੇ ਵਿੱਚ। ਹਾਂਜੀ। ਉਹ ਚੱਕ ਕੇ ਖਾ ਲੈਂਦੇ। ਅੱਛਾ, ਜਿਹੜੇ ਬੰਦੇ ਹੁਣ ਜਿਹੜੇ ਜਾਨਵਰ ਉੱਥੇ ਮਾਸ ਖਾਂਦੇ ਆ, ਉਦੋਂ ਬਾਅਦ ਆ ਕੇ ਤਾਂ ਉਹਨਾਂ ਨੇ ਦੁੱਧ ਨਹੀਂ ਪੀਣਾ ਨਾ, ਉਹ ਫਿਰ ਵੀ ਮਾਸ ਹੀ ਲੱਭਦੇ ਫਿਰਦੇ ਹੋ। ਫਿਰ ਕੱਟੇ ਬੱਚੇ ਏਦਾਂ ਲੋਕਾਂ ਦੇ ਬੰਨੇ ਹੋਏ ਆ, ਉਹਨਾਂ ਨੂੰ ਪੈ ਜਾਂਦੇ ਹੋ ਜੀ। ਇਹ ਖਤਰਾ ਆ ਉਹਨਾਂ ਦਾ। ਸੋ ਕਈ ਕੁਛ ਹੀ ਕਰਨ ਵਾਲਾ ਹੈ। ਉੱਥੇ ਮੈਂ ਕਿਸੇ ਬੰਦੇ ਨਾਲ ਗੱਲ ਕਰਦਾ ਸੀ, ਕਹਿੰਦੇ ਮੈਂ ਕਿ ਕੁੱਤਿਆਂ ਲਈ ਆਹ ਕਰਨਾ ਚਾਹੀਦਾ। ਡਾਕਟਰ ਸਾਹਿਬ, RCMP ਤੇ ਸੀਸਸ ਦੇ ਵਿਚਕਾਰ ਰੱਸਾਕਸ਼ੀ ਜਿੱਦਾਂ ਹੁੰਦੀ ਆ, ਇਹੋ ਜਿਹਾ ਮਾਹੌਲ ਬਣਿਆ ਹੈ, ਰੱਸਾਕਸ਼ੀ ਜੋ ਹੈ ਜਾਰੀ ਆ। ਇੱਕ ਰਿਪੋਰਟ ਆਈ ਆ, ਉਹਦੇ ਮੁਤਾਬਿਕ ਇੱਕ RCMP ਆਫੀਸਰ ਨੂੰ ਕੁਇਟ ਕਰਨਾ ਪਿਆ, ਜਾਂ ਕਹਿ ਲਈਏ ਕਿ ਉਹਨੂੰ ਆਪਣੀ ਜੌਬ ਛੱਡਣੀ ਪਈ, ਜਦੋਂ ਉਸ ਨੂੰ ਨੈਸ਼ਨਲ ਸਿਕਿਉਰਿਟੀ ਟਾਰਗੇਟ ਨੂੰ ਅਰੈਸਟ ਕਰਨ ਦੇ ਲਈ ਕਿਹਾ ਗਿਆ ਸੀ। ਤੁਸੀਂ ਇਸ ਖਬਰ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿਹੜੀ RCMP ਤੇ ਸੀਸਸ ਦੀ ਰੱਸਾਕਸ਼ੀ ਆ, ਇਹ ਬੜੀ ਦੇਰ ਦੀ ਚੱਲਦੀ ਆ, ਔਰ ਖਾਸ ਤੌਰ ਤੇ ਕਿਉਂਕਿ RCMP ਮਾਂ ਆ। RCMP ਦੇ ਵਿੱਚ ਪਹਿਲਾਂ ਇੰਟੈਲੀਜੈਂਸ ਵੀ ਹੁੰਦੀ ਸੀ, ਉਦੋਂ ਸੀਸਸ ਨਹੀਂ ਸੀ ਹੁੰਦੀ। ਮੈਕੈਂਜ਼ੀ ਕਮਿਸ਼ਨ ਤੇ ਮੈਕਡੋਨਲਡ ਕਮਿਸ਼ਨ ਜਿਹੜੇ ਬਣੇ ਬਾਅਦ ਦੇ ਵਿੱਚ, ਜਿਨ੍ਹਾਂ ਨੇ RCMP ਰੋਂਗ ਡੂਇੰਗਸ ਤੇ ਇਨਵੈਸਟੀਗੇਸ਼ਨ ਕੀਤੀ, ਉਹਨਾਂ ਦੀ ਰეკਮੈਂਡੇਸ਼ਨ ਸੀ ਮੈਕੈਂਜ਼ੀ ਕਮਿਸ਼ਨ ਦੀ ਕਿ RCMP ਦੀ ਜਿਹੜੀ ਜਸੂਸੀ ਆ ਨਾ, ਉਹ ਵੱਖਰੀ ਕੀਤੀ ਜਾਵੇ। ਇੱਕ ਹੀ ਸੰਸਥਾ ਨੂੰ ਤੁਸੀਂ ਲਾਅ ਐਨਫੋਰਸਮੈਂਟ ਤੇ ਜਸੂਸੀ ਨਹੀਂ ਦੇ ਸਕਦੇ ਜੀ। ਤਾਂ ਉਹ ਉਦੋਂ ਹਾਲੇ ਬਣੀ ਸੀ ਜਦੋਂ ਸਾਡੇ 에ਅਰ ਇੰਡੀਆ ਧਮਾਕਾ ਹੋਇਆ ਇੱਥੇ, ਤੇ ਉਹਦੀ ਇਨਵੈਸਟੀਗੇਸ਼ਨ ਜਿਹੜੀ ਹੋਈ ਸੀ ਬੰਗਲ ਕੀਤੀ। ਇਹਨਾਂ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਇੱਕ ਦੂਸਰੇ ਦੇ ਨਾਲ ਰੱਸਾਕਸ਼ੀ ਚੱਲੀ ਨਾ, ਉਹਦਾ ਕਰਕੇ ਉਹ ਇਹਨਾਂ ਦੀ ਬਿਲਕੁਲ ਇਨਵੈਸਟੀਗੇਸ਼ਨ ਜ਼ੀਰੋ ਕਿਸਮ ਦੀ ਸੀ। ਅਰੇਜ਼ ਕਰਤੀਆਂ ਇਹਨਾਂ ਨੇ, ਟੇਪਸ ਅਰੇਜ਼ ਕਰਤੀਆਂ, ਕੁਛ ਨਹੀਂ ਹੋਇਆ। ਉਹ ਤੇ ਇਨਵੈਸਟੀਗੇਸ਼ਨ ਦਾ ਕੋਈ ਨਤੀਜਾ, ਕੁਛ ਨਹੀਂ ਨਤੀਜਾ ਨਿਕਲਿਆ। 329 ਬੰਦੇ ਮਰ ਗਏ ਤੇ ਕੋਈ ਨਤੀਜਾ ਨਹੀਂ ਉਹਦਾ। ਅੱਛਾ, ਹੁਣ ਗੱਲ ਕਰਦੇ ਆ ਕਿ ਆਹ ਜਿਹੜੀ ਰਿਪੋਰਟ ਆਈ ਆ, ਇਹ ਅਜੇ ਇਹਨਾਂ ਨੇ ਪਬਲਿਕ ਨਹੀਂ ਕੀਤੀ। ਕਿਸੇ ਨੇ ਐਕਸੈਸ ਆਫ ਇਨਫੋਰਮੇਸ਼ਨ ਐਕਟ ਦੇ ਅਧੀਨ ਉਹਨਾਂ ਤੋਂ ਕਢਵਾਈ ਥੋੜੇ ਜਿਹੇ ਅੰਕ। ਹਾਂਜੀ। ਤੇ ਉਹਦੇ ਵਿੱਚ ਵੀ ਉਹ ਕਹਿੰਦੇ ਕਾਲੇ ਕਰ ਕਰਕੇ ਪੰਨੇ ਦਿੰਦੇ ਆ ਕਿ ਵੀ ਆਹ ਇਨਫੋਰਮੇਸ਼ਨ ਪਬਲਿਕ ਨਹੀਂ ਕਰਨੀ, ਆਹ ਨਹੀਂ ਕਰਨੀ। ਤੁਸੀਂ ਥੋੜ੍ਹੀਆਂ ਜਿਹੀਆਂ ਗੱਲਾਂ ਉਹਨਾਂ ਨੇ ਕੱਢੀਆਂ ਕਿ ਉਹਨਾਂ ਦੇ ਵਿੱਚੋਂ ਇੱਕ RCMP ਆਫਿਸਰ ਨੇ ਡਿਕਲਾਈਨ ਕਰਤਾ ਕਿਸੇ ਬੰਦੇ ਨੂੰ ਅਰੈਸਟ ਕਰਨ ਤੇ। ਹਾਂਜੀ। ਤਾਂ ਉਹਨੂੰ ਕੁਐਟ ਹੀ ਕਰਤਾ ਫਿਰ ਬਾਅਦ ਦੇ ਵਿੱਚ, ਵੀ ਜੇ ਤੁਸੀਂ ਜ਼ੋਰ ਪਾਉਣੇ ਤਾਂ ਮੈਂ ਛੱਡ ਹੀ ਦਿੰਦਾ। ਉਹ ਤੇ ਪ੍ਰੈਸ਼ਰ ਹੀ ਇੰਨਾ ਬਿਲਡ ਕਰਤਾ। ਹੁਣ ਸੀਸਸ ਵਾਲੇ ਆਮ ਤੌਰ ਤੇ ਜਸੂਸੀ ਕਰਦੇ। ਸਾਡੇ ਦੋ ਜਸੂਸੀ ਦੀਆਂ ਸੰਸਥਾਵਾਂ ਨੇ। ਇੱਕ ਤਾਂ ਡਿਫੈਂਸ ਡਿਪਾਰਟਮੈਂਟ ਦੇ ਕੋਲ ਆ CSE ਜੀ, ਜਿਹਨੂੰ ਕਹਿੰਦੇ ਆ ਕੈਨੇਡੀਅਨ ਸਿਕਿਉਰਿਟੀ ਐਸਟੈਬਲਿਸ਼ਮੈਂਟ। ਦੂਸਰੀ ਹੈਗੀ ਆ ਸੀਸਸ, ਜਿਹੜੀ ਸਿਵਿਲੀਅਨ ਸਰਕਾਰ ਦੇ ਅੰਡਰ ਆ। ਇਹ RCMP ਨੂੰ ਦਿੰਦੇ ਆ ਇਨਫੋਰਮੇਸ਼ਨ, ਜਿੰਨੀ ਵੀ ਇਹਨਾਂ ਦੇ ਇੰਟਰਨੈਸ਼ਨਲੀ ਵੀ ਐਗਰੀਮੈਂਟਸ ਨੇ। ਜਿੱਦਾਂ ਇੰਡੀਆ ਵਾਲੀ ਸਰਕਾਰ ਨੇ ਰॉ ਵਾਲੇ ਕੋਈ ਜਸੂਸੀ ਕਰਦੇ, ਉਹ ਦੱਸ ਦਿੰਦੇ ਇਹਨਾਂ ਨੂੰ, ਇਹ ਉਹਨਾਂ ਨੂੰ ਦੱਸ ਦਿੰਦੇ। ਸੋ ਦੁਨੀਆ ਭਰ ਤੋਂ ਇਨਫੋਰਮੇਸ਼ਨ ਇਕੱਠੀ ਕਰਕੇ, ਤੇ ਕਈ ਵਾਰੀ ਇਹਨਾਂ ਨੂੰ ਲੱਗਦਾ ਨਾ, ਖਾਸ ਤੌਰ ਤੇ ਜਿੱਦਾਂ ਵੈਸੇ ਤਾਂ ਸਾਡੇ ਹੈਗਾ ਰੂਲ ਆਫ ਲਾਅ ਦੇ ਵਿੱਚ ਲੀਗਲ ਕਲਪੇਬਿਲਿਟੀ ਜਿਹਨੂੰ ਅਸੀਂ ਕਹਿੰਦੇ ਹੁੰਦੇ, ਜਿੰਨਾ ਚਿਰ ਤੁਸੀਂ ਕਾਨੂੰਨ ਨਹੀਂ ਤੋੜਦੇ ਉਹਨਾਂ ਚਿਰ ਤੁਹਾਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਹਾਂਜੀ। ਹੁਣ ਇੱਥੇ ਬੈਠਿਆਂ ਨੂੰ ਸਾਨੂੰ ਕਹਿ ਨਹੀਂ ਜਾ ਸਕਦਾ ਵੀ ਤੂੰ ਸਵੇਰੇ ਆ ਕੇ ਚਾਹ ਪੀਤੀ ਸੀ, ਇੱਥੇ ਚੱਲ ਸਾਡੇ ਨਾਲ। ਹੁਣ ਕੋਈ ਕਾਨੂੰਨ ਤੋੜੇ ਤਾਂ 9/11 ਦੀਆਂ ਘਟਨਾਵਾਂ ਤੋਂ ਬਾਅਦ ਕੈਨੇਡਾ ਨੇ ਕਈ ਐਂਟੀ ਟੈਰਰਿਜ਼ਮ ਲੈਜਿਸਲੇਸ਼ਨ ਲੈ ਕੇ ਆਂਦੀਆਂ, ਜਿਨ੍ਹਾਂ ਦੇ ਵਿੱਚ ਇੱਕ ਇਹ ਵੀ ਗੱਲ ਪਾਈ ਹੈ ਕਿ ਇਟਸ ਰੀਜ਼ਨੇਬਲ। ਮਤਲਬ ਜੇ ਅਜੇ ਕੁਛ ਨਹੀਂ ਹੋਇਆ, ਜੇ ਤੁਸੀਂ ਫੋਨ ਤੇ ਕੋਈ ਗੱਲ ਬੰਦੇ ਨੂੰ ਕਰਦੇ ਨੂੰ ਫੜ ਲੈਂਦੇ, ਜਸੂਸੀ ਇਹਨਾਂ ਨੂੰ ਸ਼ੱਕ ਹੈ ਕਿ ਇਹ ਬੰਦੇ ਫਾਰ ਐਗਜ਼ਾਮਪਲ ਕੋਈ ਕਿਤੇ ਬੰਬ ਚਲਾਉਣ ਜਾ ਰਹੇ ਆ, ਇਹ ਕਿਤੇ ਗੱਡੀ ਉਡਾਉਣ ਜਾ ਰਿਹਾ ਹੈ, ਕਿਤੇ ਸ਼ਾਪਿੰਗ ਮਾਲ ਉਡਾਉਣ ਜਾ ਰਿਹਾ ਹੈ, ਉਹਨਾਂ ਨੂੰ ਫਿਰ ਸੀਸਸ ਕਹਿੰਦੀ ਹੈ RCMP ਨੂੰ ਵੀ ਸਾਡੇ ਤੋਂ ਉਹਨਾਂ ਨੂੰ ਦੱਸਦੇ ਨਹੀਂ ਆ ਕਿ ਪ੍ਰੂਫ ਉਹਨਾਂ ਦੇ ਕੋਲ ਕੀ ਆ। ਉਹਨੂੰ ਕਹਿੰਦੇ ਉਹਨੂੰ ਬੰਦੇ ਨੂੰ ਜਾ ਕੇ ਫੜ ਲਾ। ਉਹਨਾਂ ਨੂੰ ਹੋਰ ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਕਰਦੇ, ਇਨਫੋਰਮੇਸ਼ਨ ਨਹੀਂ ਕਦੇ ਪ੍ਰੋਵਾਈਡ ਕਰਦੇ।
ਹੁਣ ਉਹ RCMP ਵਾਲੇ ਡਰਦੇ ਆ ਕਿ ਸਾਨੂੰ ਬੰਦਾ ਸੂ ਕਰੂਗਾ ਬਾਅਦ ਦੇ ਵਿੱਚ, ਉਹ ਜਾਊਗਾ ਕੋਰਟ ਦੇ ਵਿੱਚ, ਇਹ ਮੈਨੂੰ ਕਿੱਥੇ ਘਸੀੜੀ ਫਿਰਦੇ, ਕਸਟਡੀ 'ਚ ਲੈ ਕੇ ਗਏ ਆ, ਉਹਦੇ ਤੇ ਕੋਈ ਚਾਰਜ ਨਹੀਂ, ਉਹਦੇ ਤੇ ਕੋਈ ਸਬੂਤ ਨਹੀਂ ਹੈ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, ਸਾਡੇ ਨਾਲ ਇੱਕ ਮੁੰਡਾ ਪੜ੍ਹਦਾ ਹੁੰਦਾ ਸੀ UFT ਦੇ ਵਿੱਚ ਟੋਰਾਂਟੋ, ਉਹ ਵੱਖਰਾ ਡਿਪਾਰਟਮੈਂਟ ਸੀ ਉਹਦਾ, ਕੈਮੀਕਲ ਇੰਜੀਨੀਅਰ ਸੀ ਉਹ। ਬਾਅਦ ਦੀ ਗੱਲ ਹੈ, 9/11 ਤੋਂ ਬਾਅਦ ਇੱਕ ਵਾਰੀ ਮੈਨੂੰ ਮਿਲਿਆ, ਤੇ ਉਹ ਬੰਦਾ ਕੈਮੀਕਲ ਇੰਜੀਨੀਅਰ ਨੇ, ਇੱਥੇ ਕੈਨੇਡੀਅਨ ਸਿਟੀਜ਼ਨ ਹੈ ਉਹ, ਤੇ ਉਹਨੂੰ ਮਿਲ ਗਈ ਇੱਕ ਜੌਬ ਪੈਟਰੋਕੈਮੀਕਲ ਇੰਡਸਟਰੀ ਦੇ ਵਿੱਚ। ਉਹ ਸੀਗੀ ਯੂਰਪੀਅਨ ਆਇਲ ਐਂਡ ਗੈਸ ਕੰਪਨੀ ਸੀ। ਉਹਨਾਂ ਨੇ, ਉਹ ਕਹਿੰਦਾ ਵੀ ਮੈਂ ਉਹਨਾਂ ਨੂੰ ਦੱਸ ਬੈਠਾ ਕਿ ਮੈਨੂੰ ਅਰਬੀ ਆਉਂਦੀ ਆ, ਅਰਬਿਕ, ਉਹਦੀ ਮਾਂ ਅਰਬਿਕ ਆ। ਹਾਂਜੀ। ਆਉਂਦੀ ਤਾਂ ਕਹਿੰਦਾ ਮੈਨੂੰ ਹੈ ਨਹੀਂ ਗੀ, ਜਿੱਦਾਂ ਇੱਥੇ ਪੰਜਾਬੀ ਦੇ ਲਿਖਦੇ ਨੇ ਨਾ ਬੱਚੇ ਵੀ ਸਾਨੂੰ ਪੰਜਾਬੀ ਵੀ ਆਉਂਦੀ ਆ, ਹਿੰਦੀ ਵੀ ਆਉਂਦੀ, ਉਰਦੂ ਵੀ ਆਉਂਦਾ। ਉਰਦਾ ਇਹਨੂੰ ਆਉਂਦਾ, ਇਹਨਾਂ ਨੂੰ ਸਵਾਦ ਖੇਬ ਨਹੀਂ ਹੁੰਦਾ। ਤੇ ਉਹਨੇ ਵੀ ਕਿਤੇ ਲਿਖ ਦਿੱਤਾ, ਕਹਿੰਦਾ ਉਹਨਾਂ ਨੇ ਮੈਨੂੰ ਚੱਕ ਕੇ ਕੁਵੈਤ ਦੇ ਕਟਰ ਦੇ ਵਿੱਚ ਲਾਤਾ, ਤੇ ਕਟਰ ਵਾਲਾ ਸਾਡਾ ਦਫ਼ਤਰ ਜਿਹੜਾ ਹੈ ਉੱਥੇ ਤੂੰ ਜਾ। ਤੇ ਹੁਣ ਕੈਨੇਡੀਅਨ ਸਿਟੀਜ਼ਨ ਬੰਦਾ ਕਟਰ ਦੇ ਵਿੱਚ ਜਾ ਕੇ ਦੋਹਾ ਦੇ ਵਿੱਚ ਉਹਦੇ ਆਫਿਸ ਦੇ ਵਿੱਚ ਕੰਮ ਕਰਦਾ, ਤੇ ਉਹ ਵੈਸੇ ਉਹ ਪੈਲਸਟੀਨੀ, ਜਿਹਨਾਂ ਨੂੰ ਅਸੀਂ ਫਲਸਤੀਨੀ ਕਹਿੰਦੇ ਹਾਂ। ਹਾਂਜੀ। ਉਹਦਾ ਬਾਪ ਜਿਹੜਾ ਸੀ ਉਹ ਪੈਲਸਟੀਨੀਅਨ ਸੀ, ਤੇ ਉਹਦੀ ਮਾਂ ਜਿਹੜੀ ਅਰਬਿਕ ਸੀ ਜੀ। ਤੇ ਉਹ ਕਹਿੰਦਾ ਕਿ ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਸੀ ਨਾ, ਉਸ ਵੇਲੇ ਕਈ ਰਿਪਬਲਿਕਸ ਇਹਨਾਂ ਦੀਆਂ ਆਜ਼ਾਦ ਹੋ ਗਈਆਂ, ਖਾਸ ਤੌਰ ਤੇ ਸੈਂਟਰਲ ਏਸ਼ੀਅਨ ਰਿਪਬਲਿਕਸ ਜਿਹਨਾਂ ਨੂੰ ਅਸੀਂ ਕਹਿੰਦੇ, ਉਹ ਆਜ਼ਾਦ ਹੋ ਗਈਆਂ ਸੀ। ਤਾਂ ਉਹਨਾਂ ਨੇ ਬਾਹਰਲੀਆਂ ਕੰਪਨੀਆਂ ਨੂੰ, ਬਾਹਰਲੇ ਦੇਸ਼ਾਂ ਨੂੰ ਇਹ ਕਿਹਾ ਵੀ ਸਾਡੇ ਆ ਕੇ ਇਨਵੈਸਟ ਕਰੋ, ਤੇ ਇਹਨਾਂ ਨੇ ਸੈਂਟਰਲ ਏਸ਼ੀਅਨ ਰਿਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਗੈਸ ਆ। ਉੱਥੇ ਅਕਸਰ ਕਹਿੰਦੇ ਹੁੰਦੇ ਵੀ ਜੇ ਤੁਸੀਂ ਜ਼ੋਰ ਨਾਲ ਪੈਰ ਮਾਰਦੇ ਤਾਂ ਥੱਲਿਓਂ ਗੈਸ ਨਿਕਲ ਆਉਂਦਾ। ਵਾਓ। ਕਾਜ਼ਖਸਤਾਨ ਦੇ ਸਾਊਥ ਦੇ ਵਿੱਚੋਂ ਇੱਕ ਉਸੇ ਕੰਪਨੀ ਨੇ ਪ੍ਰਪੋਜ਼ ਕੀਤਾ ਕਿ ਆਪਾਂ ਪਾਈਪਲਾਈਨ ਕੱਢੀਏ। ਉਹ ਕਾਜ਼ਖਸਤਾਨ ਦੀ ਸਰਕਾਰ ਦੇ ਨਾਲ ਉਹਨਾਂ ਦਾ ਐਗਰੀਮੈਂਟ ਹੋਣਾ ਸੀ। ਉਹ ਪਾਈਪਲਾਈਨ ਉੱਥੋਂ ਲਿਜਾ ਕੇ ਉਜ਼ਬੈਕਿਸਤਾਨ, ਅਫਗਾਨਿਸਤਾਨ, ਫਿਰ ਪਾਕਿਸਤਾਨ ਦੇ ਵਿੱਚ ਲਿਜਾ ਕੇ ਇੰਡੀਅਨ ਓਸ਼ਨ ਦੇ ਵਿੱਚ ਬੰਦਰਗਾਹ ਦੇ ਵਿੱਚ ਦੋ ਮਤਲਬ ਉਹਨਾਂ ਨੇ ਚੁਆਇਸ ਦੇਣੀਆਂ ਸੀ। ਇੱਕ ਤਾਂ ਕਰਾਚੀ ਬੰਦਰਗਾਹ ਨੂੰ ਆਉਣੀ ਸੀ, ਹਾਂਜੀ, ਉਹਦੀ ਪ੍ਰਪੋਜ਼ਲ ਦੇਣੀ ਸੀ। ਦੂਸਰੀ ਉਦੋਂ ਹਲੇ ਗੱਲ ਚੱਲਦੀ ਸੀ, ਹੁਣ ਸ਼ਾਇਦ ਉਹ ਬੰਦਰਗਾਹ ਬਣ ਗਈ ਹੈ ਬਲੋਚਿਸਤਾਨ ਦੇ ਵਿੱਚ, ਤੇ ਬਲੋਚਿਸਤਾਨ ਦੇ ਵਿੱਚ ਉਹ ਲਿਆਉਣੀ ਸੀ ਗੈਸ, ਤਾਂ ਉੱਥੋਂ ਫਿਰ ਟੈਂਕਰਸ ਰਾਹੀਂ ਲੈ ਕੇ ਜਾਣੀ ਸੀ। ਤੇ ਇਹ ਬੰਦਾ ਹੁਣ ਕੈਮੀਕਲ ਇੰਜੀਨੀਅਰ ਹੈ, ਤਾਂ ਉਹਨੂੰ ਭੇਜਦੇ ਆ ਮੁੜ ਕੇ ਪਾਕਿਸਤਾਨ, ਅਫਗਾਨਿਸਤਾਨ, ਉਜ਼ਬੈਕਿਸਤਾਨ, ਕਾਜ਼ਖਸਤਾਨ, ਸਾਰੇ ਸਥਾਨਾਂ ਦੇ ਵਿੱਚ। ਤੇ ਕਿਤੇ ਹੋਣਾ ਫੋਨ ਤੇ ਅੜ ਕੇ ਆ ਗਿਆ, ਫੋਨ ਤੇ ਹੁਣ ਕੈਮੀਕਲ ਇੰਜੀਨੀਅਰ ਆ ਬੰਦਾ, ਕਹਿੰਦੇ ਹੋਣੇ ਆ ਵੀ ਉੱਥੇ ਬਲੋਚਿਸਤਾਨ ਦੇ ਵਿੱਚ ਤਾਂ ਪਹਾੜੀਆਂ ਆ ਉਸ ਜਗ੍ਹਾ ਤੇ। ਉਹ ਕਹਿੰਦਾ ਮੈਂ ਕਹਿਤਾ ਕਿਤੇ ਉਡਾ ਦਿਆਂਗੇ, ਕੋਈ ਗੱਲ ਨਹੀਂ। ਇੰਜੀਨੀਅਰ ਹੈ ਬੰਦਾ, ਉਹਨੂੰ ਪਾਈਪਲਾਈਨ ਕੱਢਣੀ ਆਉਂਦੀ, ਉਹਦੇ ਮਨ 'ਚ ਆ ਗਿਆ ਵੀ ਉਡਾ ਦਿਆਂਗੇ, ਕੋਈ ਗੱਲ ਨਹੀਂ। ਤੂੰ ਇੱਦਾਂ ਦੀਆਂ ਗੱਲਾਂ ਕਰਦਿਆਂ ਤੇ ਉਹ ਕਿਤੇ ਸੀਸੈਸ ਰਿਕਾਰਡ ਕਰਦੀ ਹੋਣੀ ਸਾਰਿਆਂ ਬੰਦਿਆਂ ਦੀ। ਹਾਂਜੀ। ਤੇ ਉਹਨਾਂ ਨੇ ਫੜ ਲਿਆ ਵੀ ਉਹ ਟੈਰਰਿਸਟ ਹੋਣਾ ਹੈ ਜਿਹੜਾ ਬੰਦਾ ਉਡਾਉਣ ਦੀਆਂ ਗੱਲਾਂ ਕਰਦਾ ਹੈ ਜੀ। ਤੇ ਉਹ ਆ ਕੇ ਉਹਨੂੰ ਸੀਸੈਸ ਵਾਲੇ ਸਵਾਲ ਪੁੱਛਦੇ ਆ, ਕਹਿੰਦਾ ਮੇਰਾ ਦਿਮਾਗ ਖਰਾਬ ਕਰ ਦਿੱਤਾ, ਮੈਂ ਮੁੜ ਕੇ ਕਹਿ ਰਿਹਾ ਮੈਂ ਕੈਮੀਕਲ ਇੰਜੀਨੀਅਰ ਹਾਂ। ਤੂੰ ਕਹਿੰਦੇ ਡੋਹਾ ਕੀ ਕਰਦਾ ਸੀ? ਕਹਿੰਦਾ ਮੈਂ ਕੰਪਨੀ ਦੀ ਕੰਮ ਕਰਦਾ। ਵੀ ਕੈਨੇਡੀਅਨ ਬੰਦੇ ਹੋਰ ਕੰਮ ਨਹੀਂ ਕਰਦੇ ਕਿਤੇ? ਮੈਂ ਕੈਮੀਕਲ ਇੰਜੀਨੀਅਰਿੰਗ ਹੈ, ਆਇਲ ਤੇ ਗੈਸ ਇੰਡਸਟਰੀ ਜਿਹੜੀ ਆ ਉਹ ਯੂਰਪ ਦੀ ਆ ਜੀ, ਤੇ ਤੂੰ ਇਹ ਪਾਕਿਸਤਾਨ, ਅਫਗਾਨਿਸਤਾਨ ਉੱਥੇ ਕੀ ਕਰਦਾ ਫਿਰਦਾ? ਉਹ ਕਹਿੰਦਾ ਵੀ ਸਾਡਾ ਇੱਕ ਪ੍ਰੋਜੈਕਟ ਚੱਲਦਾ ਆ ਜਿਹੜਾ ਪ੍ਰਪੋਜ਼ ਕਰ ਰਹੇ ਹਾਂ ਅਸੀਂ, ਤੇ ਉਹ ਮੈਂ ਮੇਨ ਇੰਜੀਨੀਅਰ ਹਾਂ ਉੱਥੇ, ਮੈਂ ਉੱਥੇ ਗੌਰਮੈਂਟ ਉੱਥੇ ਜਾਂਦਾ ਆ ਸਾਈਟ ਦੇਖਣ। ਪਾਕਿਸਤਾਨ ਦੇ ਵਿੱਚ ਵੀ ਨਿਕਲਣੀ ਆ, ਉਹ ਅਫਗਾਨਿਸਤਾਨ ਥਾਣੀ ਨਿਕਲਣੀ ਆ, ਫਿਰ ਉਜ਼ਬੈਕਿਸਤਾਨ ਥਾਣੀ ਨਿਕਲੀ, ਤਾਂ ਕਾਜ਼ਖਸਤਾਨ ਤੋਂ ਆਉਣੀ ਆ। ਅੱਛਾ, ਕਹਿੰਦਾ ਮੁੜ ਕੇ ਉਹ ਸਵਾਲ ਪੁੱਛੀ ਜਾਂਦੇ ਆ, ਤੂੰ ਵੀ ਇਹ ਏਰੀਆ ਅਫਗਾਨਿਸਤਾਨ ਦੇ ਵਿੱਚ ਸਮਝਦੇ ਵੀ ਟੈਰਰਿਸਟ ਬੰਦਾ ਟ੍ਰੇਨਿੰਗ ਲੈਣ ਗਿਆ ਹੈ। ਇਹ ਉਹਨਾਂ ਦੇ ਕਹਿੰਦਾ ਦਿਮਾਗ 'ਚ ਨਹੀਂ ਆਉਂਦੀ ਵੀ ਕੈਮੀਕਲ ਇੰਜੀਨੀਅਰ ਨੇ ਹੋਰ ਕੀ ਕਰਨਾ ਦੱਸੋ ਜੀ। ਕੈਮੀਕਲ ਇੰਜੀਨੀਅਰ ਦਾ ਕੰਮ ਹੀ ਇਹ ਹੈ ਵੀ ਆਇਲ ਐਂਡ ਗੈਸ ਇੰਡਸਟਰੀ ਦੇ ਨਾਲ ਡੀਲ ਕਰਦਾ। ਉਹਨਾਂ ਨੇ ਉਹਦਾ ਪਾਸਪੋਰਟ ਫੜ ਲਿਆ, ਖੋਲਿਆ, ਰੱਖ ਲਿਆ ਵੀ ਕਿਤੇ ਜਾਵੇ ਨਾ। ਉਧਰੋਂ ਉਹਦੀ ਕੰਪਨੀ ਕਹਿ ਰਹੀ ਹੈ ਵੀ ਤੂੰ ਬਈ ਕਾਜ਼ਖਸਤਾਨ ਜਾ, ਉਹਨਾਂ ਦੀ ਗੌਰਮੈਂਟ ਨਾਲ ਪੁੱਛ ਵੀ ਕਿੰਨੇ ਕੁ ਨੂੰ ਸਾਨੂੰ ਸਾਊਥ ਦੇ ਵਿੱਚੋਂ ਕੱਢਣ ਦੇਣਗੇ।
ਤੇ ਉਹ ਕਹਿੰਦਾ ਮੇਰੇ ਤਾਂ ਪਾਸਪੋਰਟ ਹੀ ਹੈ ਨਹੀਂ। ਉਹਨਾਂ ਦੀ ਕੰਪਨੀ ਨੇ, ਉਹਨਾਂ ਦੀ ਬ੍ਰਾਂਚ ਇੱਕ ਨਾਰਥ ਅਮਰੀਕਾ ਦੇ ਵਿੱਚ ਵੀ, ਉਹਨਾਂ ਨੇ ਫਿਰ ਲਾਇਰ ਹਾਇਰ ਕੀਤਾ ਤਾਂ ਫਿਰ ਜਾ ਕੇ ਉਹਦਾ ਪਾਸਪੋਰਟ ਮਿਲਿਆ ਤਾਂ ਉਹਦਾ ਬੰਦ ਹੋਇਆ ਸੀਸਸ ਦੇ ਜਾਣਾ। ਉਹ ਕਹਿੰਦੇ ਵੀ ਲਾਇਰ ਨਾਲ ਗੱਲ ਕਰ ਲਿਆ ਕਰੋ। ਤੇ ਆਹ ਇੱਦਾਂ ਦੀਆਂ, ਹੁਣ ਇਸ ਬੰਦੇ ਨੂੰ ਤਾਂ ਫੜਿਆ ਨਹੀਂ, ਵੈਸੇ ਉਹਨੂੰ ਫੜਿਆ ਤਾਂ ਨਹੀਂ RCMP ਨੇ, ਪਰ ਇਹ ਮਤਲਬ ਪ੍ਰਾਈਮ ਸਸਪੈਕਟ ਆ ਜਿਨ੍ਹਾਂ ਨੂੰ ਇਹ ਕਹਿੰਦੀ ਆ ਸੀਸਸ ਵੀ ਸਾਡੇ ਤੋਂ ਐਵੀਡੈਂਸ ਤਾਂ ਲੱਗਦਾ ਨਹੀਂ ਇੰਨਾ। ਐਵੀਡੈਂਸ ਕੀ ਆ ਵੀ ਇਹ ਬੰਦਾ ਮੁਸਲਮਾਨ ਆ ਉਦੋਂ 9/11 ਦੀਆਂ ਘਟਨਾਵਾਂ ਤੋਂ ਬਾਅਦ, ਕਿ ਰੇਸ਼ੀਅਲ ਪ੍ਰੋਫਾਈਲਿੰਗ ਕੀਤੀ ਹੈ, ਪੈਲਸਟੀਨੀਅਨ ਆ ਇਹ, ਕਟਰ ਦੇ ਵਿੱਚ ਕੰਮ ਕਰਦਾ ਹੈ ਇਹ, ਪਾਕਿਸਤਾਨ, ਉਜ਼ਬੈਕਿਸਤਾਨ, ਅਫਗਾਨਿਸਤਾਨ ਤੇ ਕਾਜ਼ਖਸਤਾਨ ਦੇ ਗੇੜੇ ਮਾਰਦਾ ਰਹਿੰਦਾ ਹੈ। ਇਹਦਾ ਮਤਲਬ ਟੈਰਰਿਸਟ ਆ। ਇਸੇ ਬੇਸ ਤੇ ਉਹਨੂੰ ਟੈਰਰਿਸਟ ਦਾ ਉਹਨਾਂ ਨੇ ਦੇ ਦਿੱਤਾ ਟੈਗ, ਇਸੇ ਬੇਸ ਤੇ। ਤੇ ਹੁਣ ਜਿਹੜੀ RCMP ਪੁੱਛੂਗੀ ਵੀ ਇਹਨੇ ਕੀ ਕੀਤਾ, ਕੀ ਹੈ, ਕਿੱਥੇ ਇਹਨੇ ਟੈਰਰਿਜ਼ਮ ਕੀਤਾ, ਉਹਦਾ ਕੋਈ ਐਵੀਡੈਂਸ ਨਹੀਂ ਦੇਣਾ ਇਹਨਾਂ ਨੇ ਸੀਸਸ ਨੇ। ਉਹ ਕਹਿੰਦੇ ਵੀ ਇਹਨੂੰ ਬੰਦੇ ਨੂੰ ਜਾ ਕੇ ਫੜ ਲਾ, ਜੇ ਉਹਨੂੰ ਫੜਾਉਣਾ ਹੁੰਦਾ। ਉਹਨੂੰ ਤਾਂ ਨਹੀਂ ਫੜਿਆ, ਇਹਦੀ ਮੈਂ ਮਿਸਾਲ ਹੀ ਦੇ ਰਿਹਾ ਵੀ ਇੱਦਾਂ ਦੇ ਬੰਦਿਆਂ ਨੂੰ ਫੜਦੇ ਸੀ। ਤੇ ਇਸੇ ਤਰ੍ਹਾਂ RCMP ਕਦੇ ਕਦੇ ਪੁੱਛਦੀ ਆ ਵੀ ਤੁਸੀਂ ਸਾਨੂੰ ਥੋੜਾ ਬਹੁਤਾ ਸਬੂਤ ਦਿਓ ਕਿ ਬੰਦੇ ਨੂੰ ਫੜੀਏ ਤਾਂ ਕਿਉਂ ਫੜੀਏ ਜੀ, ਕਿਉਂਕਿ ਉਹਨਾਂ ਨੇ ਅਰੈਸਟ ਕਰਨ ਜਾਣਾ, ਥੋੜਾ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਦਾ ਜੁਰਮ ਕੀ ਆ ਬੰਦੇ ਦਾ। ਸੀਸਸ ਵਾਲੇ ਕਹਿੰਦੇ ਨਹੀਂ, ਸਾਨੂੰ ਲੱਗਦਾ ਇਹਨੇ CN ਉਡਾ ਦੇਣਾ, ਸਾਨੂੰ ਲੱਗਦਾ ਇਹਨੇ ਪਾਰਲੀਮੈਂਟ ਉਡਾ ਦੇਣੀ, ਸਾਨੂੰ ਲੱਗਦਾ ਇਹਨੇ VRA ਉਡਾ ਦੇਣੀ ਹੈ। ਹੁਣ ਲੱਗਦਾ ਆ ਉਹਨਾਂ ਨੂੰ, ਉਹਨਾਂ ਦੇ ਲੱਗਣ ਕਾਰਨ ਹੀ ਉਹ ਕਿਸੇ ਨੂੰ ਅਰੈਸਟ ਦੇ। ਅੱਛਾ, ਇਹਦੇ ਵਿੱਚ ਇੰਟੈਲੀਜੈਂਸ ਏਜੰਸੀਜ਼ ਲਈ ਬੜੀ ਦੁਬਦਾ ਵਾਲੀ ਗੱਲ ਆ। ਹਾਂਜੀ, ਬਹੁਤ ਜਗ੍ਹਾ ਤੇ ਇੰਟੈਲੀਜੈਂਸ ਏਜੰਸੀਜ਼ ਜਿਹੜੀਆਂ ਆ ਉਹ ਗੈਦਰ ਕਰਦੀਆਂ ਇਨਫੋਰਮੇਸ਼ਨ। ਹੁਣ ਨਾਰਮਲੀ ਤੌਰ ਤੇ ਤਾਂ ਫੋਨ ਸਾਡੇ ਸਾਰਿਆਂ ਦੇ ਟੈਪ ਆ, ਜਿੰਨੀਆਂ ਅਸੀਂ ਈਮੇਲ ਭੇਜਦੇ ਹਾਂ, ਇਹ ਵੀ ਉਹਨਾਂ ਦੇ ਕੋਲ ਇੰਨੀ ਮੈਨ ਪਾਵਰ ਨਹੀਂ ਹੈ ਸਾਰੀਆਂ ਪੜ੍ਹ ਲੈਣ, ਪਰ ਇਹ ਰਿਕਾਰਡ ਜੋ ਹੁੰਦੀਆਂ ਇੱਕ ਜਗ੍ਹਾ ਤੇ। ਹੁਣ ਕੋਈ ਬੰਦਾ ਫੋਨ ਤੇ ਗੱਲ ਕਰਨ ਲੱਗਾ ਆ, ਪੰਜਾਬੀਆਂ ਨੂੰ ਖਾਸ ਤੌਰ ਤੇ ਆਦਤ ਆ। ਇੱਥੇ ਕਦੀ ਰਾਜੀਵ ਗਾਂਧੀ ਹੁਣੀ ਆਏ ਸੀ, ਕਾਮਨਵੈਲਥ ਦੀ ਮੀਟਿੰਗ ਸੀ ਇੱਥੇ, ਤੇ ਮੌਂਟਰੀਅਲ ਦੇ ਵਿੱਚ ਕੁਛ ਇੱਕ ਬੰਦੇ ਰਾਤ ਨੂੰ ਪੀ ਕੇ ਦਾਰੂ ਕਹਿੰਦੇ ਹੋਣੇ ਆ, ਚੱਕ ਦਿਆਂਗੇ, ਚੀਥੜੇ ਲਾ ਦਿਆਂਗੇ। ਸਵੇਰ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਰਾਜੀਵ ਗਾਂਧੀ ਇੱਥੇ ਆਇਆ। ਹਾਂਜੀ, ਏਦਾਂ ਦੇ ਵੀ ਬੰਦੇ ਹੁੰਦੇ ਆ ਜੀ। ਤੇ ਉਹਨਾਂ ਨੂੰ ਫੜ ਲਿਆ ਉਹਨਾਂ ਨੇ, ਕਹਿੰਦੇ ਕਿ ਇਹ ਬੰਦੇ ਰਾਤੀ ਏਦਾਂ ਦੀਆਂ ਗੱਲਾਂ ਕਰਦੇ ਸੀ। ਉਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਹਰਿਆਣੇ 'ਚ ਬੰਦੇ ਏਦਾਂ ਦੇ ਹੁੰਦੇ ਆ, ਰਾਤ ਨੂੰ ਪੀ ਕੇ ਕਹਿੰਦੇ ਆ, ਕਹਿੰਦੇ ਕਿ ਮਹਾਰਾਜਾ ਜਾਂਦਾ ਸੀ ਹਾਥੀ ਤੇ, ਤਾਂ ਉਹਨੂੰ ਕਹਿੰਦੇ ਵੀ ਇਹ ਝੋਟੇ ਦੀ ਕੀ ਕੀਮਤ ਲੈਣੀ ਹੈ। ਉਹਨੇ ਉਹਨੂੰ ਅਰੈਸਟ ਕਰਾ ਲਿਆ। ਉਹ ਸਵੇਰ ਨੂੰ ਪੁੱਛਦਾ ਸੋਫੀ ਹੋਏ ਨੂੰ ਵੀ ਕਿੰਨੀ ਕੀਮਤ ਦੇਣੀ ਝੋਟੇ ਦੀ। ਉਹ ਕਹਿੰਦਾ ਜੀ ਰਾਤ ਵਾਲੇ ਵਪਾਰੀ ਚਲੇ ਗਏ। ਰਾਤ ਵਾਲੇ ਵਪਾਰੀ ਮਤਲਬ ਸ਼ਰਾਬ ਪੀਤੀ ਸੀ ਉਦੋਂ ਉਹ ਗੱਲ ਕਹਿਤੀ। ਹੁਣ ਜਿਹੜੇ ਟੈਰਰਿਸਟ, ਟ੍ਰੇਨ ਟੈਰਰਿਸਟ ਆ, ਉਹ ਕਦੇ ਫੋਨ ਤੇ ਤਾਂ ਨਹੀਂ ਗੱਲਾਂ ਕਰਦੇ ਜੀ। ਉਹ ਇੱਦਾਂ ਤਾਂ ਗੱਲ ਕਰਦੇ ਨੇ ਵੀ ਇੱਦਾਂ ਕਰੀ 88 ਲੈ ਕੇ ਫਿਰ ਕੈਂਜਰ ਲੈ ਲਈ, ਫਿਰ 80 ਤੇ ਆ ਕੇ ਫਿਰ ਬੰਬ ਲੈ ਆਈ ਨਾਲੇ। ਜਿਹੜਾ 9/11 ਦੀਆਂ ਜਿੰਨੀ ਵੀ ਇਨਵੈਸਟੀਗੇਸ਼ਨ ਅੱਜ ਤਾਈਂ ਹੋਈ ਹੈ, ਹਾਂਜੀ, ਇਹਨਾਂ ਨੇ ਦੇ ਫਾਊਂਡ ਆਊਟ ਜਿੰਨੇ ਵੀ ਟੈਰਰਿਸਟ ਇਨਵੋਲਵ ਸੀਗੇ ਉਹਨਾਂ ਨੇ ਕਦੇ ਵੀ ਕਿਸੇ ਨੂੰ ਫੋਨ ਕਾਲ ਨਹੀਂ ਕੀਤੀ, ਫੋਨ ਤੇ ਕੋਈ ਗੱਲਬਾਤ ਨਹੀਂ। ਉਹ ਬੰਦਿਆਂ ਨੂੰ ਪਰਸਨਲੀ ਜਾ ਕੇ ਮਿਲਦੇ ਸੀ। ਅੱਛਾ, ਇਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਵੀ ਉਹ ਬੰਦੇ ਕੌਣ ਹੈ। ਦੇਖੋ, ਇੰਟੈਲੀਜੈਂਸ ਏਜੰਸੀਜ਼ ਤੇ ਬਿਲੀਅਨਸ ਆਫ ਡਾਲਰਸ ਖਰਚਦੇ ਆ। ਹਾਂਜੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਬੰਦੇ ਹੈ ਕੌਣ। ਉਹਨਾਂ ਨੇ ਆ ਕੇ ਦੇਖੋ ਸਾਊਦੀ ਅਰੇਬੀਆ ਤੋਂ ਇੱਥੇ ਜਹਾਜ਼ ਚਲਾਉਣ ਦੀ ਟ੍ਰੇਨਿੰਗ ਲਈ ਹੈ, ਤੇ ਫਿਰ ਉਹਨਾਂ ਨੇ ਜਹਾਜ਼ ਅਗਵਾ ਕੀਤੇ ਤੇ ਉਹ ਵਰਲਡ ਟ੍ਰੇਡ ਸੈਂਟਰ ਦੇ ਵਿੱਚ ਮਾਰੇ ਆ। ਇਹਨਾਂ ਨੂੰ ਕੱਖ ਨਹੀਂ ਸੀ ਪਤਾ। ਇੰਟੈਲੀਜੈਂਸ ਏਜੰਸੀ ਜਿਹੜੀਆਂ ਆ ਉਹ ਬਹੁਤੀਆਂ ਇੰਟੈਲੀਜੈਂਟ ਨਹੀਂ। ਜੇ ਤੁਸੀਂ ਫੋਨ ਤੇ ਨਹੀਂ ਗੱਲ ਕਰਦੇ, ਤੁਹਾਡੇ ਕੋਈ ਹੋਰ ਇਲੈਕਟ੍ਰੋਨਿਕ ਮੀਡੀਆ ਨਹੀਂ ਯੂਜ਼ ਕਰਦੇ, ਇਨ ਪਰਸਨ ਹੁਣ ਕਿੰਨੇ ਅਫੀਸ਼ੀਅਲ ਲਾ ਦੇਣ ਤੁਹਾਡੇ ਤੇ, ਉਹ ਤੇ ਹੀ ਲਾਉਣਗੇ ਜੇ ਤੇ ਸ਼ੱਕ ਆ। ਹਾਂਜੀ, ਇਹ ਤਾਂ ਹੈਗੀ ਇਹਨਾਂ ਦੀ ਦੁਬਦਾ। ਵੈਸੇ ਜਿਹੜੀਆਂ ਖੁਫੀਆ ਏਜੰਸੀਆਂ ਆ ਇਹਨਾਂ ਨੂੰ ਵੀ ਪ੍ਰੋਬਲਮ ਹੈ, ਪਰ RCMP ਜਿਹੜੀ ਇੱਕ ਲਾਅ ਇਨਫੋਰਸਮੈਂਟ ਏਜੰਸੀ ਆ, ਉਹਨਾਂ ਨੂੰ ਇਹ ਪ੍ਰੋਬਲਮ ਹੈ ਵੀ ਤੁਸੀਂ ਸਾਨੂੰ ਤਾਂ ਕੋਰਟ ਦੇ ਵਿੱਚ ਜਾਣਾ ਪੈਣਾ ਨਾ,
ਕੱਲ ਨੂੰ ਸੱਦਿਆ ਸਾਨੂੰ ਕੋਰਟ ਦੇ ਵਿੱਚ, ਇਸ ਬੰਦੇ ਨੇ ਲਾਇਰ ਹਾਇਰ ਕੀਤਾ, ਉਹ ਪੁੱਛਣਗੇ ਵੀ ਇਹਨੂੰ ਤੁਸੀਂ ਕਸਟਡੀ ਦੇ ਵਿੱਚ ਰੱਖਿਆ ਸੀ, ਕੀ ਗੱਲ ਕਰਕੇ ਰੱਖਿਆ ਸੀ, ਅਸੀਂ ਕੀ ਜਵਾਬ ਦੇਵਾਂਗੇ? ਤੁਸੀਂ ਤਾਂ ਕਹਿਤਾ ਵੀ ਇਹ ਇਸ ਬੰਦੇ ਨੂੰ ਸ਼ੱਕ ਆ ਸਾਨੂੰ ਵੀ ਇਹਨੇ ਕੋਈ ਟੈਰਰਿਸਟ ਐਕਟ ਕਰਨਾ ਹੈ। ਇਹ ਤੁਹਾਨੂੰ ਤਾਂ ਸ਼ੱਕ ਹੀ ਆ। ਹੁਣ ਸ਼ੱਕ ਕਿਉਂ ਆ? ਉਹ ਮਾੜਾ ਜਿਹਾ ਜ਼ਰੂਰ ਪੁੱਛਦੇ ਆ ਵੀ ਥੋੜ੍ਹਾ ਬਹੁਤਾ ਐਵੀਡੈਂਸ ਤਾਂ ਸਾਨੂੰ ਦਿਓ। ਤੇ ਸਾਡੀ ਜਿਹੜੀ ਇੰਟੈਲੀਜੈਂਸ ਏਜੰਸੀ ਆ ਉਹ ਸਮਝੇ ਅਸੀਂ ਵੀ ਉਹਨਾਂ ਦੀ ਵੀ ਗੱਲ ਠੀਕ ਹੈ ਵੈਸੇ, ਕਿ ਇਹਨਾਂ ਦੇ ਨਾਲ ਸ਼ੇਅਰ ਕਰਨ ਲੱਗ ਪਏ ਤੇ ਇਹ ਪਤਾ ਨਹੀਂ ਕਿੱਥੇ ਗੱਲ ਪਹੁੰਚ ਜਾਣੀ ਹੈ ਜੀ। ਇੰਟੈਲੀਜੈਂਸ ਏਜੰਸੀ ਦੇ ਕੋਲ ਜਿੰਨੀ ਵੀ ਇਨਫੋਰਮੇਸ਼ਨ ਉਹ ਕਦੇ ਨਹੀਂ ਸ਼ੇਅਰ ਕਰਦੇ ਕਿਸੇ ਨਾਲ, ਸੋ ਬੜੀ ਸੀਕ੍ਰੇਟਲੀ ਰੱਖਦੇ ਆ। ਆਹ ਗੱਲ ਚੱਲ ਰਹੀ ਹੈ ਦੋਹਾਂ ਦੀ, RCMP ਤੇ CSIS ਦੀ। ਬੇਸਿਕਲੀ ਕੋਆਰਡੀਨੇਸ਼ਨ ਦੀ ਘਾਟ ਵੀ ਹੈਗੀ ਆ, ਬਹੁਤ ਘਾਟ ਹੈ। ਇੱਕ ਤਾਂ ਇੰਡੀਆ ਪਾਕਿਸਤਾਨ ਨੂੰ ਜਿੱਦਾਂ ਕਿ ਨਾ ਕਾਮਨ ਮਾਂ ਦੋਹਾਂ ਦੀ ਇੱਕ ਆ, ਪਹਿਲਾਂ ਇੱਕ 'ਚ ਹੀ ਹੁੰਦੇ ਸੀ, RCMP ਦੇ ਵਿੱਚ ਹੀ ਹੁੰਦੇ ਸੀ। ਹਾਂਜੀ। ਜਦੋਂ ਦੇ ਨਿਕਲੇ ਆ CSIS ਸਾਰੇ ਇੱਕ ਦੂਜੇ ਨਾਲ ਲੜੀ ਜਾਂਦੇ। ਹਾਂਜੀ। ਡਾਕਟਰ ਸਾਹਿਬ ਰੁਕ ਕਰਦੇ ਆ ਅਗਲੀ ਖਬਰ ਵੱਲ। BC ਦੇ ਫਾਰਮਰ ਪ੍ਰੀਮੀਅਰ ਦਾ ਕਹਿਣਾ ਹੈ ਕਿ 1991 ਵਿੱਚ BC ਵਿੱਚ ਲੋੜ ਤੋਂ ਵੱਧ ਫੈਮਿਲੀ ਡਾਕਟਰਸ ਸੀ ਤੇ ਹੁਣ ਜਿਹੜੀ ਸਿਚੁਏਸ਼ਨ ਆ ਬਿਲਕੁਲ ਉਲਟ ਹੋਈ ਹੋਈ ਆ। ਹੁਣ ਫੈਮਿਲੀ ਡਾਕਟਰ ਲੱਭਣਾ ਹੀ ਬੜਾ ਮੁਸ਼ਕਿਲ ਆ। ਉਹਨਾਂ ਨੇ ਹੈਲਥ ਕ੍ਰਾਈਸਿਸ ਬਾਰੇ ਆਪਣੇ ਵਿਚਾਰ ਦਿੱਤੇ ਨੇ, ਦੱਸਿਆ ਉਹਨਾਂ ਨੇ ਕੁਝ, ਉਹ ਰਿਪੋਰਟ ਆਪਣੇ ਸਰੋਤਿਆਂ ਨੂੰ ਜ਼ਰੂਰ ਦੱਸੋ। 1991 ਦੇ ਵਿੱਚ ਹੀ ਮਾਈਕ ਹਾਰਕਵਰਡ ਬਣਿਆ ਪ੍ਰੀਮੀਅਰ। ਤੁਸੀਂ ਦੇਖੋ 30 ਸਾਲਾਂ ਦੇ ਵਿੱਚ ਕੀ ਉਲਟਾ ਹੋ ਗਿਆ। ਉਸ ਵੇਲੇ 1992 ਦੇ ਵਿੱਚ ਇੱਕ ਰਿਪੋਰਟ ਆਈ ਸੀ ਜਿਹੜੀ ਕਮਿਸ਼ਨ ਪਹਿਲਾਂ ਸੋਸ਼ਲ ਕ੍ਰੈਡਿਟ ਸਰਕਾਰ ਨੇ ਕੀਤੀ ਸੀ, ਇਹਨਾਂ ਨੇ ਕੀਤੀ। ਇਹਨਾਂ ਦੇ ਵੇਲੇ ਉਹ ਰਿਪੋਰਟ ਆਈ ਸੀ ਵੈਸੇ ਬਣ ਕੇ। ਉਸ ਰਿਪੋਰਟ ਦੇ ਵਿੱਚ ਕਿਹਾ ਕਿ ਇੱਥੇ ਡਾਕਟਰਸ ਬਹੁਤ ਜ਼ਿਆਦਾ ਆ। ਹਾਂਜੀ। ਔਰ ਖਾਸ ਤੌਰ ਤੇ ਫੈਮਿਲੀ ਡਾਕਟਰਸ। ਹੁਣ ਉਹਨਾਂ ਦੇ ਵਿੱਚ ਇੱਕ ਰეკਮੈਂਡੇਸ਼ਨ ਇਹ ਦਿੱਤੀ ਸੀ ਕਿ ਜਿਹੜੇ ਇੱਥੇ ਫੋਰਨ ਡਾਕਟਰਸ ਆਉਂਦੇ ਆ, ਫੋਰਨ ਟ੍ਰੇਨਡ ਡਾਕਟਰਸ ਆਉਂਦੇ ਆ, ਉਹਨਾਂ ਨੂੰ BC ਦੇ ਵਿੱਚ ਨਾ ਰੱਖੋ। ਮਤਲਬ ਗੇਟਕੀਪਰਾਂ ਨੂੰ ਚਾਂਸ ਦੇਤਾ ਵੀ ਤੁਸੀਂ ਉਹਨਾਂ ਨੂੰ ਬਾਹਰ ਰੱਖਣਾ। ਫਿਰ ਦੂਸਰੀ ਗੱਲ ਸੀ ਕਿ ਜਿਹੜੇ ਇੱਥੇ ਟ੍ਰੇਨ ਕਰਦੇ ਸੀ ਡਾਕਟਰਸ, ਉਹਨਾਂ ਨੂੰ ਪਹਿਲਾਂ ਕਹੋ ਕਿ ਛੋਟੇ ਜਗ੍ਹਾ ਤੇ ਜਿੱਥੇ ਪਿੰਡਾਂ ਦੇ ਵਿੱਚ ਡਾਕਟਰਸ ਹੈ ਨਹੀਂ ਉੱਥੇ ਪਹਿਲਾਂ ਜਾ ਕੇ ਆਇਆ ਕਰਨ ਤਾਂ ਕਿ ਲੋਕਾਂ ਦੇ ਕੋਲ ਡਾਕਟਰਸ ਹੋਣ। ਤੇ ਉਹਨਾਂ ਨੇ ਹੁਣ ਕਿਹਾ ਕਿ ਵੀ 30 ਸਾਲਾਂ 'ਚ ਕੀ ਬਦਲਤਾ। ਇਹਦਾ ਮਤਲਬ ਗੋਰਡਨ ਕੈਂਪਬਲ, ਕਿਉਂਕਿ ਉੱਜਲ ਸਾਹ ਹੋਣੀ ਤਾਂ ਥੋੜਾ ਚਿਰ ਹੀ ਪ੍ਰੀਮੀਅਰ ਰਹੇ ਆ, ਉਹਨਾਂ ਨੂੰ ਤਾਂ ਕਿਹਾ ਨਹੀਂ ਜਾ ਸਕਦਾ। ਉਹਨਾਂ ਤੋਂ ਬਾਅਦ ਆਏ ਆ ਗੋਰਡਨ ਕੈਂਪਬਲ, ਕ੍ਰਿਸਟੀ ਕਲਾਰਕ ਤੇ ਹੁਣ ਜੌਨ ਹੌਰਗਨ। ਹਾਂਜੀ। ਇਹਨਾਂ ਤਿੰਨਾਂ ਦੇ ਪੀੜੇ ਦੇ ਥੱਲੇ ਸੋਟਾ ਫੇਰਨਾ ਚਾਹੀਦਾ ਵੀ ਤੁਸੀਂ ਕਿਹੜੀਆਂ ਪਾਲਿਸੀਜ਼ ਕਰਤੀਆਂ, ਕਿਹੜੀਆਂ ਹਾਲੇ ਤਾਈਂ। ਮੈਂ ਬਾਰ-ਬਾਰ ਇਹਨਾਂ ਨੂੰ ਕਹਿਣਾ ਕਿ ਇਹਦਾ ਰਿਵਿਊ ਕੀਤਾ ਜਾਵੇ ਤੇ ਇਹ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਇੱਕ ਫੀਲਡ ਲੀਡਰ ਆ ਤਾਂ ਉਹਨੂੰ ਹੈਲਥ ਮਿਨਿਸਟਰ ਬਣਾਇਆ ਹੈ ਤੁਸੀਂ। ਉਹ ਤੇ ਪਹਿਲਾਂ ਚਾਰਜ ਲਾਏ ਸੀ ਏਡਰੀਅਨ ਡਿਕਸ ਤੇ। ਇਹਨਾਂ ਨੇ ਇੱਕ ਪ੍ਰੀਮੀਅਰ ਲਈ ਕੰਮ ਕਰਦੇ ਹੁੰਦੇ ਸੀ। ਉਹ ਤੇ ਕੁਝ ਮੈਮੋਜ਼ ਉਹਨਾਂ ਨੂੰ ਬਚਾਉਣ ਲਈ ਕੁਝ ਮੈਮੋਜ਼ ਦੀਆਂ ਡੇਟ ਇਹਨਾਂ ਨੇ ਚੇਂਜ ਕਰਤੀਆਂ ਓਫੀਸ਼ੀਅਲੀ ਤੌਰ ਤੇ। ਮਤਲਬ ਇਹ ਕ੍ਰਾਈਮ ਹੈ ਵੈਸੇ, ਬਹੁਤ ਵੱਡਾ ਕ੍ਰਾਈਮ ਹੈ ਜੀ। ਤੇ ਉਹ ਬੰਦਾ ਸਾਡਾ ਹੈਲਥ ਮਿਨਿਸਟਰ ਹੈ। ਇੱਕ ਹੀ ਮੇਰਾ ਖਿਆਲ ਉਹਦੀ ਡਿਸੀਜਨ ਠੀਕ ਹੈ। ਉਹ ਆਪਣੀ ਕੁੜੀ ਨਾਲ ਵਿਆਹ ਹੈ ਵੈਸੇ, ਮਰਾਠੀ ਕੁੜੀ ਆ। ਉਹਦਾ ਮਰਾਠੀ ਬੰਦੇ ਨੂੰ ਮੈਂ ਜਾਣਦਾ। ਉਹ ਕਹਿੰਦਾ ਉਹ ਕਵਿਤਾ ਲਿਖਦੀ ਹੈ। ਮੈਂ ਕਿਹਾ ਇੱਦਾਂ ਦੇ ਬੰਦੇ ਨਾਲ ਵਿਆਹ ਕਰਾ ਕੇ ਕਵਿਤਾ ਹੀ ਲਿਖੂਗੀ, ਹੋਰ ਕੀ ਕਰੂਗੀ। ਤੇ ਇਹਦੇ ਵਿੱਚ ਵਾਰ-ਵਾਰ ਹਰ ਰੋਜ਼ ਕਦੇ ਕਿਸੇ ਸੰਕਟ ਦੀ ਗੱਲ ਆਉਂਦੀ ਹੈ, ਕਦੇ ਕਿਸੇ ਸੰਕਟ ਦੀ ਗੱਲ ਆਉਂਦੀ ਹੈ। ਹੁਣ ਇਹਨੂੰ ਫੜਨਾ ਕਿੱਦਾਂ ਹੈ, ਇਹਦੇ ਬਾਰੇ ਕੁਛ ਨਾ ਕੁਛ ਤਾਂ ਇਨਵੈਸਟੀਗੇਸ਼ਨ ਕਰਾਉਣੀ ਚਾਹੀਦੀ ਹੈ ਨਾ। ਹਾਂਜੀ ਬਿਲਕੁਲ। ਹਰ ਵਾਰ ਇਹ ਜੇ ਏਡਰੀਅਨ ਡਿਕਸ ਦੇ ਨਾਲ ਗੱਲ ਕਰਦੇ ਨਾ ਕੋਈ, ਤਾਂ ਉਹ ਪਤਾ ਨਹੀਂ ਕੀ ਗੱਲ ਹੈ, ਉਹਨਾਂ ਨੂੰ ਮੇਰੇ ਖਿਆਲ ਬਿਮਾਰੀ ਆ ਕੋਈ, ਉਹ ਕੰਬਣ ਲੱਗ ਪੈਂਦੇ। ਕੋਈ ਜਵਾਬ ਦਿੰਦੇ ਉਹਨਾਂ ਦੀ ਜ਼ੁਬਾਨ ਥਰਥਰਾ ਕਰਦੀ ਹੁੰਦੀ ਹੈ। ਉਹਨਾਂ ਨੂੰ ਕੋਈ ਸਮਝਾਉਣਾ ਹੋਵੇ, ਪ੍ਰੀਮੀਅਰ ਨੂੰ ਦੱਸਣਾ ਹੋਵੇ ਵੀ ਸਭ ਤੋਂ ਪਹਿਲਾਂ ਆਪਣੇ ਪੀੜ੍ਹੀ ਦੇ ਹੇਠਾਂ ਸੋਟਾ ਫੇਰ ਕੇ ਦੇਖੋ, ਇਹਨੂੰ ਇਨਵੈਸਟੀਗੇਸ਼ਨ ਕਰਾਓ, ਕੋਈ ਰਿਵਿਊ ਕਰਾਓ ਵੀ ਹੈਲਥ ਕੇਅਰ ਸਿਸਟਮ ਨੂੰ ਸਾਡੇ ਹੋ ਕੀ ਗਿਆ। ਜੀ ਬਿਲਕੁਲ, ਰਿਵਿਊ ਤਾਂ ਹੋਣਾ ਚਾਹੀਦਾ, ਤਾਂ ਹੀ ਪ੍ਰੋਬਲਮ ਦਾ ਪਤਾ ਲੱਗੂਗਾ। 30 ਸਾਲ ਪਹਿਲਾਂ ਤੁਸੀਂ ਉਹ ਰਿਪੋਰਟ ਜਿਹੜੀਆਂ ਆ ਉਹ ਕਹਿ ਰਹੀਆਂ ਕਿ ਸਾਡੇ ਫੈਮਿਲੀ ਡਾਕਟਰ ਹੈ ਹੀ ਬਹੁਤ। ਹਾਂਜੀ। 30 ਸਾਲ ਬਾਅਦ ਤੁਸੀਂ ਕਹਿ ਰਹੇ ਕਿ ਫੈਮਿਲੀ ਡਾਕਟਰ ਦਾ ਸਾਡੇ ਸੰਕਟ ਆਇਆ ਹੈ। ਜੀ। ਤੁਸੀਂ ਕੀ ਕਰ ਦਿੱਤਾ?
ਕੁਛ ਨਾ ਕੁਛ ਤਾਂ ਮਤਲਬ ਕੋਈ ਤਾਂ ਕੋਈ ਰੀਜ਼ਨ ਹੋਣਾ, ਕਿਤੇ ਨਾ ਕਿਤੇ ਤਾਂ ਖਾਮੀਆਂ ਆਈਆਂ ਹੀ ਆ ਹੈਲਥ ਕੇਅਰ ਕੋਈ ਤਾਂ ਦਾਲ ਦੇ ਵਿੱਚ ਕਾਲਾ ਆ। ਹਾਂਜੀ ਬਿਲਕੁਲ, ਜਾਂ ਦਾਲ ਸਾਰੀ ਕਾਲੀ ਹੋ ਗਈ। ਹੁਣ ਮੈਨੂੰ ਤਾਂ ਲੱਗਦਾ ਸਾਰੀ ਵੀ ਕਾਲੀ ਹੋ ਗਈ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ। ਸੋ ਇਸ ਤਰੀਕੇ ਨਾਲ ਜਿਹੜੀ ਅਸੀਂ ਪੈਸਾ ਦੇਖੋ ਖਰਚਦੇ ਹਾਂ, ਤਕਰੀਬਨ ਕੋਈ $24 ਬਿਲੀਅਨ ਸਾਲ ਦਾ BC ਸਰਕਾਰ ਖਰਚਦੀ ਹੈ। ਕੈਨੇਡੀਅਨਜ਼ ਅਸੀਂ ਕੋਈ 13% ਆਪਣੀ GDP ਦਾ, GDP ਬਹੁਤ ਵੱਡੀ ਚੀਜ਼ ਹੈ। ਹਾਂਜੀ, ਗ੍ਰੋਸ ਡੋਮੈਸਟਿਕ ਪ੍ਰੋਡਕਟ ਦਾ 13% ਅਸੀਂ ਹੈਲਥ ਕੇਅਰ ਤੇ ਸਪੈਂਡ ਕਰਦੇ ਹਾਂ। ਹਾਂਜੀ, ਸਾਡੇ ਤੋਂ ਵੈਸੇ ਅਮਰੀਕਾ ਵਾਲੇ ਜ਼ਿਆਦਾ ਕਰਦੇ ਆ, ਉਹ 17% ਕਰਦੇ ਆ। ਉਹਨਾਂ ਨੂੰ ਇਹ ਰੌਲਾ ਪਾਉਂਦੇ ਆ, ਦੇਖੋ ਇਹ ਝੂਠ ਬੋਲਦੇ ਹਰ ਰੋਜ਼ ਕਿ ਉਹਨਾਂ ਦੇ ਜੀ ਹੈਲਥ ਕੇਅਰ ਕ੍ਰਾਈਸਿਸ ਆ ਉਹਨਾਂ ਦੇ। ਕਦੇ ਸੁਣਿਆ ਉਹਨਾਂ ਦੀ ਕੋਈ ਹੈਲਥ ਕੇਅਰ ਦੀ ਮਾੜੀ ਗੱਲ? ਨਹੀਂ। ਦੋਏ ਸਿਸਟਮ ਆ ਉਹਨਾਂ ਦੇ, ਪਬਲਿਕ ਸਿਸਟਮ ਵੀ ਆ ਤੇ ਪ੍ਰਾਈਵੇਟ ਸਿਸਟਮ ਵੀ ਆ। ਹੁਣ ਜਿਹੜਾ ਪੈਸਾ ਖਰਚਦੇ ਆ ਉਹ $100 ਜੇ ਹੈਲਥ ਕੇਅਰ ਤੇ ਖਰਚਦੇ ਆ, $49 ਉਹਨਾਂ ਦੇ ਵਿੱਚੋਂ ਪਬਲਿਕ ਹੈਲਥ ਕੇਅਰ ਖਰਚਦਾ, $51 ਜਿਹੜੇ ਆ ਉਹ ਪ੍ਰਾਈਵੇਟ ਹੈਲਥ ਕੇਅਰ ਸਪੈਂਡ ਕਰਦਾ। ਸੋ ਦੋਏ ਸਿਸਟਮ ਰੱਖੇ ਉਹਨਾਂ ਨੇ। ਕੋਈ ਵੀ ਬੰਦਾ ਕੋਈ ਵੀ ਅਮਰੀਕਾ ਦੇ ਵਿੱਚ ਰਹਿ ਰਿਹਾ, ਉਹ ਕਿਸੇ ਵੀ ਹਸਪਤਾਲ ਦੇ ਵਿੱਚ ਚੱਲ ਜਾਵੇ, ਕਿਤੇ ਵੀ ਤੁਹਾਨੂੰ ਐਮਰਜੈਂਸੀ ਹੈ ਨਾ, ਸਭ ਤੋਂ ਪੌਸ਼ ਹਸਪਤਾਲ ਦੇਖ ਲਓ, ਉਹਨਾਂ ਦੇ ਐਮਰਜੈਂਸੀ ਚੱਲ ਜਾਓ, ਲੈ ਤਾਂ ਤੁਹਾਨੂੰ ਨਾ ਕਰਕੇ ਦਿਖਾਣਾ, ਸਭ ਤੋਂ ਪਹਿਲਾਂ ਨੱਠਣਗੇ ਉਹ ਐਮਰਜੈਂਸੀ ਤੁਹਾਡੀ ਦੇਖਭਾਲ ਕਰਨਗੇ। ਬਾਅਦ ਦੇ ਵਿੱਚ ਉਹ ਪੁੱਛਣਗੇ ਵੀ ਤੇਰੇ ਤੋਂ ਇੰਸ਼ੋਰੈਂਸ ਹੈਗਾ ਜਾਂ ਨਹੀਂ ਹੈਗਾ। ਪਰ ਆਪਣੇ ਤੇ ਇੱਥੇ ਇੰਨਾ ਬੁਰਾ ਹਾਲ ਆ ਡਾਕਟਰ ਸਾਹਿਬ, ਐਮਰਜੈਂਸੀ ਵਾਰਡ 'ਚ ਤੁਸੀਂ ਜਾ ਕੇ ਦੇਖ ਲਓ, ਉੱਥੇ 6-6 7-7 ਘੰਟੇ ਹਾਲਵੇ ਦੇ ਵਿੱਚ ਪੇਸ਼ੈਂਟ ਦਰਦ ਦੇ ਨਾਲ ਬਹੁਤ ਜ਼ਿਆਦਾ ਕੁਰਲਾ ਰਹੇ ਹੁੰਦੇ ਆ, ਪਰ ਕੋਈ ਪੁੱਛਣ ਨੂੰ ਆਉਂਦਾ ਹੀ ਨਹੀਂ। ਇੱਕ ਬੰਦਾ ਇੱਥੇ ਮੈਨੂੰ ਦੱਸੇ, ਕਹਿੰਦਾ ਮੈਂ ਗਿਆ, ਉਹਦਾ ਪੇਟ 'ਚ ਕੋਈ ਦਰਦ ਹੁੰਦਾ ਸੀ। ਹੁਣ ਪੇਟ 'ਚ ਕਈ ਵਾਰੀ ਜ਼ਿਆਦਾ ਦਰਦ ਹੋਣ ਲੱਗ ਗਏ ਤਾਂ ਬੰਦੇ ਨੂੰ ਅਪੈਂਡਿਕਸ ਦਾ ਖਤਰਾ ਪੈ ਜਾਂਦਾ। ਹਾਂਜੀ, ਤੇ ਉਹ ਫਿਰ ਐਮਰਜੈਂਸੀ ਦੇ ਵਿੱਚ ਚੱਲ ਗਿਆ। ਕਹਿੰਦਾ ਮੈਂ ਉੱਥੇ ਇੰਨੇ ਘੰਟੇ ਬੈਠਾ ਰਿਹਾ, ਕਹਿੰਦਾ ਮੇਰਾ ਪੇਟ ਠੀਕ ਹੋ ਗਿਆ, ਆਪਣੇ ਆਪ ਹੀ ਠੀਕ ਹੋ ਗਿਆ ਤਾਂ ਉਹ ਆ ਗਿਆ। ਤੇ ਇਹ ਮੇਰਾ ਖਿਆਲ ਸਰੀ ਮੈਮੋਰੀਅਲ ਵਾਲਿਆਂ ਦਾ ਮੋਟੋ ਆ ਵੀ ਜੇ ਆਪਣੇ ਆਪ ਹੀ ਬੰਦਾ ਠੀਕ ਹੁੰਦਾ ਜਾਵੇ, ਇਹਨਾਂ ਨੂੰ ਇੰਨਾ ਚਿਰ ਰੱਖੋ ਹਸਪਤਾਲ ਦੇ ਵਿੱਚ, ਦੁਖੀ ਹੋ ਕੇ ਚੱਲ ਜਾਣ। ਸੋ ਜਿਹੜਾ ਕ੍ਰਾਈਸਿਸ ਆ ਸਾਡੇ ਹੈਲਥ ਕੇਅਰ ਦੇ ਸਿਸਟਮ ਦੇ ਵਿੱਚ, ਉਹ ਤਾਂ ਪਹਿਲਾਂ ਪਤਾ ਕੀਤਾ ਜਾਵੇ ਕਿ ਇਹਦੇ ਵਿੱਚ ਕੀ ਗਲਤੀਆਂ ਹੋ ਗਈਆਂ। ਹਾਂਜੀ, ਗੋਰਡਨ ਕੈਂਬਲ ਨੇ ਕੀਤੀਆਂ, ਕ੍ਰਿਸਟੀ ਕਲਾਰਕ ਨੇ ਕੀਤੀਆਂ, ਹੁਣ ਜੌਨ ਹੌਰਗਨ ਕਰ ਰਿਹਾ। ਇਸ ਵੇਲੇ ਇਹ ਪਤਾ ਕਰਨ ਦੀ ਲੋੜ ਹੈ ਕਿ ਕੀ ਹੋ ਗਿਆ ਸਾਡੇ ਤੋਂ, ਜਿਹੜਾ ਸਿਸਟਮ ਉਲਟ ਹੋ ਗਿਆ। ਜੀ ਬਿਲਕੁਲ ਡਾਕਟਰ ਸਾਹਿਬ, ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। US ਪ੍ਰੈਜ਼ੀਡੈਂਟ ਜੋ ਬਾਈਡਨ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਟੂਡੈਂਟ ਲੋਨ ਦੇ ਬਾਰੇ 'ਚ ਕੋਈ ਫੈਸਲਾ ਲੈਣਗੇ। ਕਿੰਨੇ ਟਾਈਮ ਤੋਂ ਗੱਲਬਾਤ ਚੱਲ ਰਹੀ ਸੀ ਸਟੂਡੈਂਟ ਲੋਨ ਮਾਫੀ ਬਾਰੇ, ਪਰ ਹਜੇ ਫਿਲਹਾਲ ਉਹਨਾਂ ਨੇ ਇਸ ਸੰਬੰਧੀ ਕੋਈ ਫੈਸਲਾ ਨਹੀਂ ਲਿਆ। ਦੇਖੋ, ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਇਲੈਕਸ਼ਨ ਆ ਰਹੀ ਆ, ਔਰ ਡੈਮੋਕ੍ਰੈਟਿਕ ਪਾਰਟੀ ਦੇ ਸਟ੍ਰੈਟੇਜਿਸਟ ਜਿਹੜੇ ਆ ਉਹ ਦੱਸ ਰਹੇ ਆ ਕਿ ਆਪਾਂ ਹਾਰ ਜਾਣਾ, ਕੁਛ ਨਾ ਕੁਛ ਕਰੀਏ। ਸਟੂਡੈਂਟ ਬਹੁਤ ਹੈ, ਔਰ ਉਹਨਾਂ ਦੇ ਫਿਰ ਮਾਂ-ਬਾਪ ਹੈ ਨਾਲ, ਜਿਨ੍ਹਾਂ ਦਾ ਕਰਜ਼ਾ ਤੁਸੀਂ ਮਾਫ ਕਰੋਗੇ, ਉਹਨਾਂ ਦੀਆਂ ਵੋਟਾਂ ਬਹੁਤ ਆ। ਹਾਂਜੀ, ਉਹਨਾਂ ਦੇ ਨਾਲ ਹੋਰ ਵੀ ਵੋਟਾਂ ਬਹੁਤ ਮਿਲ ਜਾਣ। ਹੁਣ ਮੰਗ ਕਰ ਰਹੇ ਸੀ ਕਿ ਇੱਕ ਸਟੂਡੈਂਟ ਦਾ $50,000 ਮਾਫ ਕਰੋ। $50,000 ਕੋਈ ਜ਼ਿਆਦਾ ਨਹੀਂ, ਜਿਹੜੇ ਪ੍ਰਾਈਵੇਟ ਸਕੂਲ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਆ। ਹਾਂਜੀ, ਉਹਨਾਂ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ 50,000 ਤੋਂ 70,000 ਤਾਂ ਫੀਸ ਹੀ ਹੁੰਦੀ ਹੈ। ਹਾਂਜੀ, ਇੱਕ ਸਾਲ ਦੀ, ਅੰਡਰ ਗ੍ਰੈਜੂਏਟ ਦੀ। ਜੀ ਬਿਲਕੁਲ। ਪਰ ਜਿਹੜੀਆਂ ਪਬਲਿਕ ਯੂਨੀਵਰਸਿਟੀਜ਼ ਆ ਉਹ ਇੰਨੀਆਂ ਮਹਿੰਗੀਆਂ ਨਹੀਂ ਆ। ਮੈਂ ਵਾਸ਼ਿੰਗਟਨ ਸਟੇਟ ਦੀ ਕੰਪੈਰੀਜ਼ਨ ਕਰਦਾ ਸੀ BC ਦੇ ਨਾਲ। ਤੁਸੀਂ ਜੇ ਅੰਡਰ ਗ੍ਰੈਜੂਏਟ ਡਿਗਰੀ ਕਰਨੀ ਉੱਥੋਂ ਵਾਸ਼ਿੰਗਟਨ ਸਟੇਟ ਤੋਂ, ਤੇ ਇੱਥੋਂ BC ਤੋਂ ਕਰਨੀ ਹੈ, ਤਕਰੀਬਨ ਬਰਾਬਰ ਪੇ ਆ, ਬਰਾਬਰ ਟਿਊਸ਼ਨ ਹੈ, ਕੋਈ ਜ਼ਿਆਦਾ ਅੰਤਰ ਨਹੀਂ। ਉਹਨਾਂ ਬੰਦਿਆਂ ਨੇ ਜਿਹੜਾ ਸਟੂਡੈਂਟ ਲੋਨ ਲਿਆ ਹੋਣਾ, ਉਹਨਾਂ ਲਈ 50,000 ਬਹੁਤ ਆ। ਹਾਂਜੀ, ਪਰ ਪ੍ਰਾਈਵੇਟ ਵਾਲਿਆਂ ਨੇ ਤਾਂ ਕੁਛ ਨਹੀਂ ਆ। ਦੂਸਰੇ ਪਾਸੇ ਉਹਨਾਂ ਨੇ ਇਹ ਕਿਹਾ ਕਿ ਪਹਿਲੀ ਤਾਂ ਗੱਲ, ਮੈਂ ਕਰੂੰਗਾ ਜਾਂ ਨਹੀਂ ਕਰੂੰਗਾ ਇਹ ਹਾਲੇ ਮੈਂ ਸੋਚਦਾ ਹਾਂ, ਪਰ ਜੇ ਕਰੂੰਗਾ ਤਾਂ 10,000 ਮਾਫ ਕਰੂੰਗਾ। 50,000 ਬਹੁਤ ਜ਼ਿਆਦਾ ਹੈ, ਉਹਦਾ ਸਾਡੇ ਤੇ ਜ਼ਿਆਦਾ ਬੋਝ ਪੈਣਾ। ਹੁਣ 10,000 ਦੇ ਨਾਲ ਵੋਟਾਂ ਮਿਲ ਜਾਣਗੀਆਂ ਜਾਂ ਨਹੀਂ ਮਿਲਣਗੀਆਂ, ਇਹ ਦੇਖਣ ਵਾਲੀ ਗੱਲ ਹੋਣੀ ਹੈ, ਕਿਉਂਕਿ
ਸਟੂਡੈਂਟਸ ਦੇ ਸਿਰ, ਖਾਸ ਤੌਰ ਤੇ ਜਿਹੜੇ ਪ੍ਰਾਈਵੇਟ ਯੂਨੀਵਰਸਿਟੀ 'ਚ ਪੜ੍ਹਦੇ ਉਹਨਾਂ ਦੇ ਬਹੁਤ ਜ਼ਿਆਦਾ ਕਰਜ਼ਾ ਹੈ। ਹਾਂਜੀ। ਹੁਣ ਉਹਨਾਂ ਤੇ ਕੈਪ ਲਾਉਣ ਨੂੰ ਕਈ ਯੂਨੀਵਰਸਿਟੀਜ਼ ਆ ਪ੍ਰਾਈਵੇਟ ਜਿਨ੍ਹਾਂ ਤੋਂ, ਜਿੱਦਾਂ ਹਾਰਵਰਡ ਆ, ਇਹਨਾਂ ਦੇ ਕੋਲ ਇੰਨਾ ਪੈਸਾ ਆ, ਕਈਆਂ ਦੇਸ਼ਾਂ ਤੋਂ ਉਨਾ ਪੈਸਾ ਨਹੀਂ ਜਿੰਨਾ ਇਹਨਾਂ ਦੇ ਕੋਲ। ਇਹ ਮੁਫਤ ਐਜੂਕੇਸ਼ਨ ਦੇ ਸਕਦੇ ਆ, ਪਰ ਸਭ ਤੋਂ ਜ਼ਿਆਦਾ ਫੀਸ ਉਹਨਾਂ ਦੀ ਹੋਣੀ ਹੈ। ਹਾਂਜੀ। ਉਹ ਕਹਿੰਦੇ ਹੁੰਦੇ ਵੀ ਜਿਹਦੇ ਬੰਦੇ ਤੋਂ ਜ਼ਿਆਦਾ ਪੈਸਾ ਹੋਵੇ ਉਹ ਕਦੇ ਟਿਪ ਨਹੀਂ ਦਿੰਦਾ, ਦੂਸਰੇ ਦੇ ਦੇਣਗੇ, ਜਿਨ੍ਹਾਂ ਤੋਂ ਹੈ ਨਹੀਂ ਉਹ ਦੇ ਦਿੰਦੇ। ਹਾਂਜੀ। ਡਾਕਟਰ ਸਾਹਿਬ, ਕਹਾਣੀ ਦਾ ਹੋ ਗਿਆ ਜੀ ਸਮਾਂ, ਤੇ ਸਾਨੂੰ ਸੁਣਾਓ ਕਹਾਣੀ। ਪਿੰਡਾਂ ਦੇ ਵਿੱਚ ਜਦੋਂ ਕੋਠੇ ਚੜ੍ਹ ਕੇ ਸੌਂਦੇ ਹੁੰਦੇ ਸੀ, ਪਹਿਲਾਂ ਸਾਨੂੰ ਹੁੰਦਾ ਸੀ ਕਿ ਬਾਤ ਸੁਣਾ। ਹਾਂਜੀ। ਉਹਨਾਂ ਕਹਿਣਾ ਜਿੰਨਾ ਚਿਰ ਤੂੰ ਹੰਗਾਰਾ ਦਊਂਗਾ ਉਹਨਾਂ ਚਿਰ ਸੁਣਾਊਂਗਾ, ਤੇ ਇੱਥੇ ਵੀ ਹੰਗਾਰਾ ਦੇਣ ਲਈ ਚਾਹੀਦੇ। ਹਾਂਜੀ। ਹੁਣ ਪੁਰਾਣੇ ਜ਼ਮਾਨਿਆਂ ਦੀ ਗੱਲ ਹੈ, ਜਦੋਂ ਹਜੇ ਵਿਕਾਸ ਨਹੀਂ ਸੀ ਸ਼ੁਰੂ ਹੋਇਆ ਕਹਿ ਲਓ, ਤੇ ਪਿੰਡਾਂ ਦੇ ਵਿੱਚ ਦਰਖਤ ਵੀ ਬਹੁਤ ਸੀ। ਪੰਛੀਆਂ ਦਾ ਇੱਕ ਝੁੰਡ ਦਰਖਤਾਂ ਤੇ ਰਹਿ ਰਿਹਾ, ਉਹਨਾਂ ਦੇ ਆਲਣੇ ਪਾਏ ਆ, ਬਿਜੜੇ ਪਾਏ ਆ। ਦੂਜੀ ਉਹਨਾਂ ਨੂੰ ਮੌਜ ਇਹ ਆ ਕਿ ਪਿੰਡ ਦੇ ਵਿੱਚ ਰਹਿੰਦੇ ਨੇ, ਪਿੰਡ ਦੇ ਵਿੱਚ ਹਾੜੀ ਸੌਣੀ ਨੂੰ ਜੇ ਲੋਕਾਂ ਦੇ ਘਰ ਆਉਂਦੇ ਦਾਣੇ, ਉਹਨਾਂ ਨੂੰ ਵੀ ਮੌਜ ਲੱਗ ਜਾਂਦੀ। ਹਾਂਜੀ। ਤੇ ਉੱਥੇ ਖਾਣ ਪੀਣ ਨੂੰ ਵੀ ਚੰਗਾ ਹੈ, ਸੋ ਇਸ ਕਰਕੇ ਭਾਈਚਾਰਾ ਵੀ ਬਣ ਗਿਆ ਉਹਨਾਂ ਦਾ ਕਿ ਇੱਕ ਦੂਸਰੇ ਦੇ ਜਾਂਦੇ ਆਉਂਦੇ ਆ, ਗਾਉਂਦੇ ਨੱਚਦੇ ਆ। ਤੇ ਦੂਸਰੇ ਪਾਸੇ ਪਿੰਡ ਦੇ ਇੱਕ ਬਾਂਦਰਾਂ ਦਾ ਝੁੰਡ ਰਹਿੰਦਾ, ਉੱਥੇ ਟਿੱਬੇ ਸੀ, ਟਿੱਬਿਆਂ ਦੇ ਵਿੱਚ ਬਾਂਦਰ ਰਹਿੰਦੇ ਸੀ। ਤੇ ਬਾਂਦਰਾਂ ਨੇ ਆਉਣਾ, ਪੰਛੀਆਂ ਨੇ ਤਾਂ ਹੁਣ ਚੁਗਦੇ ਆ, ਦਾਣੇ ਚੁਗਦੇ ਆ, ਕੀੜੇ ਮਕੌੜੇ ਚੁਗਦੇ ਆ, ਤੇ ਬਾਂਦਰਾਂ ਨੇ ਪਿੰਡ ਦੇ ਵਿੱਚ ਆਉਣਾ। ਉਹਨਾਂ ਨੇ ਜਿਹੜੀਆਂ ਦੁਕਾਨਾਂ ਹੋਣੀਆਂ ਉਹਨਾਂ ਦੇ ਫਲ ਫਰੂਟ ਚੱਕ ਲੈਣੇ, ਜੇ ਕੋਈ ਬੰਦਾ ਤੁਰਿਆ ਜਾਂਦਾ ਕੁਝ ਖਾ ਰਿਹਾ ਉਹਦੇ ਕੋਲ ਖੋਹ ਕੇ ਨੱਠ ਜਾਣਾ, ਬਸ ਚੋਰਾਂ ਵਾਲਾ ਕੰਮ ਕਰਦੇ ਸੀ। ਤੁਸੀਂ ਕਹੋ ਪੰਜਾਬ ਤੇ ਹਰਿਆਣੇ ਦੇ ਜਿੱਦਾਂ ਅਫਸਰ ਰਹਿੰਦੇ, ਇੱਦਾਂ ਰਹਿੰਦੇ ਸੀ। ਤੇ ਉਹ ਚੋਰੀ ਕਰਕੇ ਨੱਠ ਜਾਣਾ ਉਹਨਾਂ ਨੇ ਟਿੱਬਿਆਂ ਦੇ ਵਿੱਚ, ਉੱਥੇ ਖਾ ਲੈਣਾ। ਪਿੰਡ ਵਾਲੇ ਨੇ ਫੈਸਲਾ ਕੀਤਾ ਕਿ ਬਾਂਦਰਾਂ ਵਾਲੀ ਪ੍ਰੋਬਲਮ ਜਿਹੜੀ ਖਤਮ ਕਰਨ ਲਈ ਨਾ, ਤੁਸੀਂ ਆਪਣੀਆਂ ਦੁਕਾਨਾਂ ਅੰਦਰ ਪਾਓ, ਬਾਹਰ ਨਾ ਰੱਖਿਆ ਕੋਈ ਫਲ ਫਰੂਟ, ਸਾਰਾ ਕੁਝ ਦੁਕਾਨ ਦੇ ਅੰਦਰ ਰੱਖੋ। ਹਾਂ, ਨਾਲ ਹੀ ਕਹਿਤਾ ਵੀ ਤੁਸੀਂ ਬਾਹਰ ਜਾ ਕੇ ਖਾਣਾ ਨਾ ਖਾਇਆ ਕਰੋ, ਘਰ ਦੇ ਅੰਦਰ ਬੈਠ ਕੇ ਖਾਣਾ ਖਾਓ। ਇਹ ਕਰਨ ਤੋਂ ਬਾਅਦ ਹੁਣ ਬਾਂਦਰਾਂ ਦਾ ਤਾਂ ਹੁੱਕਾ ਪਾਣੀ ਬੰਦ ਹੋ ਗਿਆ। ਹਾਂਜੀ। ਉਹਨਾਂ ਨੇ ਸੋਚਿਆ ਵੀ ਲੋਕਾਂ ਦੇ ਚਲੋ ਕੂੜਾ ਕਰਕਟ ਫੋਲਣ ਲੱਗ ਪਿਆ, ਕਈ ਵਾਰੀ ਕੂੜੇ ਕਰਕਟ ਦੇ ਵਿੱਚ ਨੂੰ ਕੁਛ ਨਾ ਲੱਭਣਾ। ਤਾਂ ਬਾਂਦਰਾਂ ਦਾ ਜਿਹੜਾ ਸਰਦਾਰ ਸੀ ਉਹ ਕਹਿੰਦਾ ਵੀ ਇਹ ਤਾਂ ਬੜੀ ਮੁਸ਼ਕਲ ਹੋਈ ਜਾਂਦੀ ਹੈ, ਆਪਾਂ ਚੱਲੀਏ ਇੱਥੋਂ ਕਿਤੇ। ਮੀਟਿੰਗ ਕੀਤੀ ਉਹਨਾਂ ਨੇ। ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਡਿਸਾਈਡ ਕਰ ਲਿਆ ਵੀ ਚੱਲੀਏ ਇੱਥੋਂ, ਆਈਲੈਟ ਲਿਖੀਏ ਤੇ ਚੱਲੀਏ। ਸਾਰੇ ਬਾਂਦਰ ਸਹਿਮਤ ਹੋ ਗਏ ਇਸ ਗੱਲ ਤੇ। ਬਾਂਦਰਾਂ ਨੂੰ ਭੁੱਖੇ ਮਰਦਿਆਂ ਨੂੰ ਫਿਰ ਸਹਿਮਤ ਹੋਣਾ ਪੈਂਦਾ ਨਾ। ਹਾਂਜੀ। ਚੱਲ ਗਏ ਉਹ। ਉਧਰੋਂ ਪੰਛੀਆਂ ਦਾ ਵੀ ਉਹ ਕਹਿੰਦੇ ਪਿੰਡਾਂ ਦੇ ਵਿੱਚ ਵਿਕਾਸ ਸ਼ੁਰੂ ਹੋ ਗਿਆ ਨਾ। ਹਾਂਜੀ। ਪੰਜਾਬ ਹਰਿਆਣੇ ਦੇ ਵਿੱਚ ਜਦੋਂ ਵਿਕਾਸ ਸ਼ੁਰੂ ਹੋਇਆ ਤੇ ਉਦੋਂ ਦਰਖਤ ਕੱਟਣੇ ਸ਼ੁਰੂ ਕਰਤੇ ਲੋਕਾਂ ਨੇ। ਹਾਂਜੀ। ਪਹਿਲਾਂ ਇੱਕ ਦਰਖਤ, ਦੋ ਦਰਖਤ, ਉਦੋਂ ਕਈਆਂ ਦੇ ਫਿਰ ਆਲਣੇ ਜਾਂਦੇ ਲੱਗਣੇ, ਬਿਜੜੇ ਜਾਂਦੇ ਲੱਗਣੇ, ਉਹਨਾਂ ਦੇ ਆਂਡੇ ਜਾਂਦੇ ਲੱਗਣੇ, ਉਹਨਾਂ ਦੇ ਬੱਚੇ ਮਰ ਜਾਣੇ ਕਈ ਵਾਰੀ। ਉਹਨਾਂ ਨੇ ਫੇਰ ਇਕੱਠੇ ਹੋ ਕੇ ਦੂਸਰੇ ਦਰਖਤ ਤੇ ਜਾ ਕੇ ਆਲਣਾ ਪਾਉਣਾ। ਫਿਰ ਉਹ ਦੁਖੀ ਹੋ ਗਏ ਜਦੋਂ ਬਿਲਕੁਲ ਹੀ ਸਾਰੇ ਦਰਖਤ ਜਾਂਦੇ ਲੱਗੇ। ਫਿਰ ਉਹ ਆ ਕੇ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਰਹਿਣ ਲੱਗ ਪਏ। ਰੌਸ਼ਨਦਾਨਾਂ ਦੇ ਵਿੱਚ ਉਹਨਾਂ ਨੇ ਆਪਣੇ ਆਲਣੇ ਬਣਾਏ, ਜੇ ਬਣਾਇਆ, ਉਹ ਬਣਾਇਆ। ਤੇ ਉੱਥੇ ਖਤਰਾ ਇਹ ਹੁੰਦਾ ਸੀ ਬਿੱਲੀਆਂ ਰਾਤ ਨੂੰ ਆ ਜਾਂਦੀਆਂ। ਰਾਤ ਨੂੰ ਕੋਈ ਜਾਨਵਰ ਸੁੱਤਾ ਪਿਆ ਹੁੰਦਾ ਤੇ ਉਹ ਆ ਕੇ ਦਬੋਚ ਲੈਂਦੀਆਂ ਉਹਨਾਂ ਨੂੰ। ਤੇ ਫਿਰ ਉਹ ਪੰਛੀਆਂ ਦੇ ਵੀ ਜਿਹੜੇ ਮੋਹਤਵਰ ਬੰਦੇ ਆ, ਉਹਨਾਂ ਨੇ ਬੈਠ ਕੇ ਮੀਟਿੰਗ ਕੀਤੀ ਵੀ ਆਹ ਵੀ ਕੰਮ ਜਿਹੜਾ ਠੀਕ ਨਹੀਂ ਹੈ। ਪਹਿਲਾਂ ਦਰਖਤਾਂ ਤੇ ਰਹਿੰਦੇ ਸੀ, ਬੜੇ ਮਜ਼ੇ ਨਾਲ ਰਹਿੰਦੇ ਸੀ, ਲੋਕੀ ਵੀ ਉਹਨੂੰ ਹੱਸਦੇ ਨੱਚਦੇ ਸੀ ਤੇ ਅਸੀਂ ਵੀ ਹੱਸਦੇ ਨੱਚਦੇ। ਹੁਣ ਨਾ ਤਾਂ ਇਹ ਹੱਸਦੇ ਨੱਚਦੇ ਆ ਤੇ ਨਾ ਹੀ ਸਾਨੂੰ ਹੱਸਣ ਨੱਚਣ ਦਿੰਦੇ। ਹਾਂਜੀ। ਉਹਨਾਂ ਨੇ ਆਪਣੀ ਫਿਰ ਪੰਛੀਆਂ ਦੀ ਬਰਾਦਰੀ ਚੋਂ ਦੋ ਤਿੰਨ ਜਿਹੜੇ ਲੰਬੀ ਉਡਾਰੀ ਮਾਰਨ ਵਾਲੇ ਹੁੰਦੇ ਆ, ਉਹਨਾਂ ਨੂੰ ਕਿਹਾ ਵੀ ਜਾਓ ਇੱਦਾਂ ਰੈਕੀ ਕਰਕੇ ਆਓ, ਜਿੱਦਾਂ ਆਰਮੀ ਰੈਕੀ ਕਰਦੀ ਨਾ ਪਹਿਲਾਂ। ਹਾਂਜੀ। ਵੀ ਤੁਸੀਂ ਰੈਕੀ ਕਰਕੇ ਆਓ ਕਿਸੇ ਇੱਦਾਂ ਦੀ ਜਗ੍ਹਾ ਹੋਵੇ ਵੀ ਜਿੱਥੇ ਇਨਸਾਨ ਨਾ ਰਹਿੰਦੇ। ਹੁਣ ਇਹਨਾਂ ਨੇ ਤਾਂ ਹੁਣ ਜ਼ਿੰਦਗੀ ਦੁਰਬਰ ਕਰਤੀ ਹੈ। ਇੱਦਾਂ ਦੀ ਜਗ੍ਹਾ ਹੋਵੇ ਜਿਹੜੀ ਜਿੱਥੇ ਅਸੀਂ ਰਹਿ ਸਕੀਏ, ਆਰਾਮ ਨਾਲ ਰਹਿ ਸਕੀਏ। ਉਹ ਗਏ ਵਿਚਾਰੇ ਦੂਰ ਦੁਰਾਡੇ, ਉੱਥੇ ਪਹਾੜ ਸੀਗੇ ਨਾਲ, ਤਾਂ ਪਹਾੜਾਂ ਦੇ ਥੱਲੇ, ਪਹਾੜਾਂ ਦੇ ਵਿੱਚ ਕਈ ਵਾਰੀ ਝੀਲ ਜਿਹੜੀ ਬਣਦੀ ਆ,
ਜਾਂ ਤਾਂ ਕਈ ਤੁਸੀਂ ਕਹਿ ਲਓ ਭੁਚਾਲ ਆ ਜਾਂਦਾ ਨਾ, ਉਹਦੇ ਨਾਲ ਮੋਗਾ ਜਿਹਾ ਪੈ ਜਾਂਦਾ, ਉਹ 'ਚ ਪਾਣੀ ਆ ਜਾਂਦਾ, ਜਾਂ ਕਈ ਵਾਰੀ ਜਿਹੜਾ ਉੱਪਰੋਂ ਬਰਫੀਲਾ ਪਾਣੀ ਹੈ ਥੱਲੇ ਨੂੰ ਆਉਂਦਾ ਸਟਰੀਮ ਦੇ ਵਿੱਚ, ਉਹ ਰਸਤਾ ਬਦਲ ਲੈਂਦਾ, ਤੇ ਫਿਰ ਉਹ ਕਈ ਵਾਰੀ ਬਿਲਕੁਲ ਨੀਵੀਂ ਜਗ੍ਹਾ ਜਿਹੜੀ ਹੁੰਦੀ ਹੈ ਉੱਥੇ ਆ ਕੇ ਅਟਕ ਜਾਂਦਾ, ਉਹਦੇ ਨਾਲ ਝੀਲ ਬਣ ਜਾਂਦੀ। ਝੀਲ ਬਣੀ ਇੱਕ, ਤੇ ਉਹਦੇ ਨਾਲ ਛੋਟੇ ਛੋਟੇ ਪਹਿਲਾਂ ਦਰਖਤ ਸੀ, ਫਿਰ ਵੱਡੇ ਹੋ ਗਏ ਕਿਤੇ, ਤੇ ਉਹਨਾਂ ਨੇ ਜਾ ਕੇ ਨੋਟਿਸ ਕੀਤਾ ਥੱਲੇ ਵੀ ਹੈਗੀ ਤਾਂ ਨਵੀਂ ਡਿਵੀਜ਼ਨ ਹੈ, ਵੀ ਇਹਦੇ ਵਿੱਚ ਅਜੇ ਕਈ ਘਰ ਖਾਲੀ ਪਏ ਆ ਹੈਗੇ ਕਈ ਦਰਖਤ ਜਿਹੜੇ ਜਿਨ੍ਹਾਂ ਤੇ ਆਲਣੇ ਨਹੀਂ ਪਾਏ ਦੂਜਿਆਂ ਨੇ। ਉਹਨਾਂ ਨੇ ਆ ਕੇ ਬੜੀ ਖੁਸ਼ਖਬਰੀ ਸੁਣਾਈ ਵੀ ਇੱਦਾਂ ਕਰਦੇ ਆ ਵੀ ਉਸ ਜਗ੍ਹਾ ਤੇ ਚੱਲਦੇ ਆ। ਇੱਕ ਤਾਂ ਰਮਣੀਕ ਜਗ੍ਹਾ ਆ, ਬਹੁਤ ਵਧੀਆ ਪਹਾੜ ਹੈ, ਉੱਥੇ ਝੀਲ ਹੈ, ਨਾਲ ਦਰਖਤ ਬਹੁਤ ਹੈ, ਦਰਖਤਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਦਰਖਤ ਹੈ, ਉੱਥੇ ਫਲ ਫਰੂਟ ਵੀ ਬਹੁਤ ਆ, ਆਪਣੇ ਖਾਣ ਪੀਣ ਦੀਆਂ ਆਈਟਮਸ ਬਹੁਤ ਆ ਉੱਥੇ। ਮਤਲਬ ਉਹਨਾਂ ਨੇ ਆਪਣਾ ਪੂਰਾ ਐਨਾਲਿਸਿਸ ਕੀਤਾ, ਇਹ ਜਿਹੜੀ ਲੋਕੇਸ਼ਨ ਹੈਗੀ ਹੈ ਬੈਸਟ, ਆਪਾਂ ਮੌਜਾਂ ਮਾਣਾਂਗੇ ਇੱਥੇ ਆ ਕੇ। ਵਾਕਈ ਉਹਨਾਂ ਨੇ ਸੋਚਿਆ ਕਿ ਇੱਥੇ ਤਾਂ ਬਿੱਲੀਆਂ ਤੋਂ ਡਰਦੇ ਬੈਠੇ ਆ, ਹਾਂਜੀ ਚੱਲੀਏ। ਫਿਰ ਉਹਨਾਂ ਨੇ ਮਾਰੀ ਉਡਾਰੀ ਤਾਂ ਉੱਥੇ ਚੱਲ ਗਏ, ਜਾ ਕੇ ਨਵੇਂ ਥਾਂ ਆਲਣੇ ਪਾਏ, ਬਿਜੜੇ ਪਾਏ, ਉਹ ਫਿਰ ਉਹਨਾਂ ਨੇ ਆਂਡੇ ਦਿੱਤੇ, ਬੱਚੇ ਪਾਲੇ, ਉਹ ਆਪਣਾ ਕੰਮਕਾਰ ਦੇ ਵਿੱਚ ਬਿਜੀ ਆ ਤੇ ਖੁਸ਼ ਵੀ ਆ। ਤੇ ਜਿਨ੍ਹਾਂ ਨੇ ਜਿੱਦਾਂ ਹੁਣ ਪੈਂਡੈਮਿਕ ਤੋਂ ਬਾਅਦ ਅਸੀਂ ਕਰਦੇ ਨਾ ਵੱਡੇ ਵੱਡੇ ਵਿਆਹ ਉਹਨਾਂ ਨੇ ਪੰਛੀਆਂ ਨੇ ਵੀ ਕਿਤੇ ਵੱਡੇ ਵੱਡੇ ਵਿਆਹ ਕਰਨੇ ਸ਼ੁਰੂ ਕਰਤੇ। ਉਹਨਾਂ ਨੇ ਸੋਚਿਆ ਵੱਡੇ ਵੱਡੇ ਫੰਕਸ਼ਨ ਕਰੀਏ ਇੰਨੀ ਰਮਣੀਕ ਜਗ੍ਹਾ ਕਿਉਂਕਿ ਉੱਥੇ ਖਾਣ ਪੀਣ ਨੂੰ ਬਹੁਤ ਸੀ, ਹਾਂਜੀ, ਤੇ ਦੂਸਰਾ ਉੱਥੇ ਇਨਸਾਨ ਹੈ ਨਹੀਂ ਸੀ। ਤੇ ਇੱਕ ਤਾਂ ਵੱਡੀ ਗੱਲ ਇਹ ਹੈ ਕਿ ਜਿਹੜਾ ਪਹਾੜੀ ਇਲਾਕਾ ਉੱਥੇ ਮੀਂਹ ਪੈਂਦਾ ਰਹਿੰਦਾ ਵੈਸੇ, ਹਾਂਜੀ, ਤੇ ਦੂਸਰਾ ਭਾਦੋਂ ਆ ਗਈ। ਭਾਦੋਂ ਨੂੰ ਆਪਣੇ ਕਹਿੰਦੇ ਨੇ ਭਾਦੋਂ ਦੇ ਸ਼ਰਾਟੇ, ਹਾਂਜੀ, ਨਿਆਣੇ ਕੁੱਟ ਮੀਂਹ ਕਹਿੰਦੇ ਹੁੰਦੇ, ਵੀ ਜਦੋਂ ਕੋਠੇ ਦੇ ਉੱਤੇ ਪਏ ਹੁੰਦੇ ਸੀ ਇੱਕਦਮ ਸ਼ਰਾਟਾ ਪੈਣਾ, ਉਦੋਂ ਇੱਕਦਮ ਹੀ ਅੰਦਰ ਜਾਣਾ ਪੈਣਾ, ਅੰਦਰ ਹੁੰਦਾ ਹੁੰਮ ਚੋਂ ਫੇਰ ਬਾਹਰ, ਜਦੋਂ ਇੱਕਦਮ ਬੰਦ ਹੋ ਜਾਣਾ ਮੀਂਹ, ਫੇਰ ਬਾਹਰ ਨੂੰ ਨੱਠਣਾ, ਫੇਰ ਅੰਦਰ ਨੱਠਣਾ। ਉਹ ਨਿਆਣਿਆਂ ਦੇ ਕੀ ਕੰਮ ਹੁੰਦਾ, ਉਹਨਾਂ ਨੂੰ ਨੀਂਦ ਆ ਜਾਂਦੀ ਉਦੋਂ ਹੀ, ਹਾਂਜੀ, ਉਹਨਾਂ ਦੇ ਥੱਪੜ ਮਾਰ ਮਾਰ ਕੇ ਉਠਾ ਦੇ ਤੇ ਉਹਨਾਂ ਨੂੰ ਉਠਾਲਿਆ। ਉਹ ਕਰਦੇ ਕਰਦੇ ਨਾ ਜਿਹੜੇ ਜਦੋਂ ਸ਼ਰਾਟੇ ਪੈਂਦੇ ਸੀ ਭਾਦੋਂ ਦੇ, ਉਹਨਾਂ ਨੇ ਦੇਖਿਆ ਪੰਛੀਆਂ ਨੇ ਕਿ ਜਿਹੜੇ ਬਾਂਦਰਾਂ ਦੀ ਟੋਲੀ ਉਹਨਾਂ ਦੇ ਪਿੰਡ 'ਚ ਰਹਿੰਦੀ ਹੁੰਦੀ ਸੀ, ਉਹੀ ਟੋਲੀ ਕਿਤੇ ਪੱਥਰਾਂ ਦੇ ਉੱਤੇ ਰਹਿੰਦੀ ਸੀ, ਬਿਲਕੁਲ ਲਾਗੇ ਝੀਲ ਦੇ। ਉਹ ਉਦੋਂ ਪਹਿਲੀ ਵਾਰੀ ਦੇਖਿਆ ਉਹਨਾਂ ਨੇ, ਉਹ ਬਾਂਦਰ ਨੱਠੇ ਆਉਣ ਦਰਖਤਾਂ ਦੇ ਥੱਲੇ ਜਦੋਂ ਮੀਂਹ ਪਵੇ, ਹਾਂਜੀ, ਫੇਰ ਉਹ ਮੁੜ ਕੇ ਨੱਠ ਜਾ ਕਰਨ ਪੱਥਰਾਂ ਦੇ ਉੱਤੇ, ਫੇਰ ਮੀਂਹ ਦਾ ਛਾਟਾ ਆਵੇ, ਫੇਰ ਆ ਕੇ ਉੱਥੇ ਬਹਿ ਜਾ ਕਰਨ। ਤੋ ਜਿਹੜੇ ਮੋਹਤਵਾਰ ਸੀਗੇ ਜਾਨਵਰ, ਉਹਨਾਂ ਨੇ ਸਿਆਣੇ ਬੰਦੇ ਸੀ ਉਹਨਾਂ ਦੇ ਵਿੱਚ, ਉਹਨਾਂ ਨੇ ਕਹਿੰਦੇ ਬਾਂਦਰ ਬਾਈਓ ਤੁਹਾਨੂੰ ਮੈਂ ਗੱਲ ਦੱਸੀਏ, ਦੇਖੋ ਸਾਡੇ ਸਿਰਫ ਚੁੰਝਾਂ ਹੀ ਆ, ਅਸੀਂ ਚੁੰਝਾਂ ਨਾ ਕਾਕਾਂ ਨੇ ਚੱਕ ਕੇ ਲਿਆਉਂਦੇ ਆ ਤੇ ਉਹਨਾਂ ਆਲਣਾ ਬਣਾਉਂਦੇ ਆ, ਬਿਜੜਾ ਬਣਾਉਂਦੇ ਆ, ਇਹ ਸਾਡਾ ਘਰ ਆ, ਹਾਂਜੀ, ਇਹ ਚਾਂਡੇ ਦਿੰਦੇ ਆ, ਇਹਦੇ ਵਿੱਚ ਹੀ ਸਾਡੇ ਬੱਚੇ ਬੈਠੇ ਹੁੰਦੇ ਆ, ਉਹ ਪਲਦੇ ਪੋਸਦੇ ਆ, ਬਾਅਦ ਚ ਡਾਰੀ ਮਾਰਦੇ ਆ। ਤੁਹਾਨੂੰ ਤਾਂ ਰੱਬ ਨੇ ਹੱਥ ਪੈਰ ਦਿੱਤੇ ਆ, ਤੁਸੀਂ ਵੀ ਏਦਾਂ ਕਰੋ, ਇਹਨਾਂ ਦੇ ਨਾਲ ਤੁਸੀਂ ਆਪਣਾ ਘਰ ਬਣਾ ਲਓ, ਹਾਂਜੀ। ਉਹ ਬਾਂਦਰ ਪਹਿਲਾਂ ਤਾਂ ਸੁਣਦੇ ਰਹੇ, ਫਿਰ ਉਹ ਤਾਂ ਨੂੰ ਚੜੇ, ਉਹਨਾਂ ਨੇ ਮਾਰੇ ਚੱਕ ਕੇ, ਉਹਨਾਂ ਦੇ ਆਲਣੇ ਬਿਜੜੇ ਉਧਰ ਮਾਰੇ, ਉਹਨਾਂ ਦੇ ਆਂਡੇ ਤੋੜਤੇ, ਉਹਨਾਂ ਦੇ ਬੱਚੇ ਥੱਲੇ, ਪੰਛੀ ਸਾਰੇ ਉਡਾਰੀ ਮਾਰ ਕੇ ਨੱਠ ਗਏ। ਉਹ ਤਾਂ ਹੱਥ ਨਹੀਂ ਆਏ, ਹਾਂਜੀ, ਉਹ ਉਡਾਰੀ ਮਾਰ ਕੇ ਪਰੇ ਜਾ ਕੇ ਕਿਸੇ ਬੋਰਡ ਦੇ ਜਾ ਕੇ ਬੈਠ ਗਏ, ਦੁਬਾਰਾ ਫੇਰ ਮੀਟਿੰਗ ਕਰਨ ਨੂੰ। ਮੀਟਿੰਗ ਫੇਰ ਹੋਈ ਸ਼ੁਰੂ। ਹੁਣ ਜਿਹੜੇ ਮੋਹਤਵਾਰ ਬੰਦੇ, ਉਹਨਾਂ ਦੇ ਮੋਹਤਵਾਰ ਜਾਨਵਰ ਆ, ਉਹ ਕਹਿੰਦੇ ਵੀ ਚਲੋ ਬਈ ਮੀਟਿੰਗ ਕਰੀਏ, ਵੀ ਅਸੀਂ ਤਾਂ ਕੁਛ ਨਹੀਂ ਕਿਹਾ ਉਹਨਾਂ ਨੂੰ, ਅਸੀਂ ਤਾਂ ਇਹੀ ਕਿਹਾ ਵੀ ਤੁਸੀਂ ਭਾਈ ਘਰ ਸਾਡੇ ਨੂੰ ਤੁਸੀਂ ਵੀ ਘਰ ਬਣਾ ਲਓ। ਸਿਆਣੀ ਗੱਲ ਹੀ ਕਹੀ ਸੀ ਆਪਣੇ ਹਿਸਾਬ ਨਾਲ ਉਹਨਾਂ ਨੇ। ਇਹ ਗੱਲ ਹਾਲੇ ਕਰਦੇ ਹੀ ਸੀ ਤੇ ਲਾਗੇ ਇੱਕ ਉੱਲੂ ਬੈਠਾ ਸੀ, ਹਾਂਜੀ, ਉੱਲੂ ਸੀ ਸਿਆਣਾ। ਉਹ ਕਹਿੰਦਾ ਵੀ ਦੇਖੋ ਬਾਈ ਜੀ, ਵੀ ਮੈਂ ਤੁਹਾਡੀ ਦਖਲਅੰਦਾਜ਼ੀ ਤਾਂ ਨਹੀਂ ਦਿੰਦਾ, ਤੁਸੀਂ ਆਪਣੀ ਮੀਟਿੰਗ ਕਰੋ, ਪਰ ਇੱਕ ਸਿਆਣੀ ਗੱਲ ਦੱਸ ਦਿੰਦਾ ਜ਼ਰੂਰ। ਕਹਿੰਦਾ ਕਦੇ ਕਿਸੇ ਮੂਰਖ ਨੂੰ ਸਲਾਹ ਨਹੀਂ ਦੇਈਦੀ ਹੁੰਦੀ। ਜੀ ਬਿਲਕੁਲ ਸਹੀ, ਕਿਉਂਕਿ ਜੇ ਤੁਸੀਂ ਕਿਸੇ ਮੂਰਖ ਨੂੰ ਸਲਾਹ ਦੋਗੇ ਨਾ, ਤੁਸੀਂ ਆਪ ਮੁਸੀਬਤ ਦੇ ਵਿੱਚ ਆ ਜਾਓਗੇ। ਇਹ ਬਾਂਦਰਾਂ ਨੇ ਕੀ ਕੀਤਾ, ਬਸ ਉਹੀ ਕੰਮ ਕਰਿਆ, ਦੇਖੋ ਉਹਨਾਂ ਦੇ ਸਾਰੇ ਘਰ ਤਬਾਹ ਕਰ ਦਿੱਤੇ। ਡਾਕਟਰ ਸਾਹਿਬ ਕਹਾਣੀ ਤਾਂ ਸੀ ਜੀ ਬਹੁਤ ਜ਼ਿਆਦਾ ਵਧੀਆ, ਕਿਉਂਕਿ ਕਿਸੇ ਵੀ ਮੂਰਖ ਇਨਸਾਨ ਨੂੰ ਸਮਝਾਉਣਾ ਹੁੰਦਾ ਬਹੁਤ ਜ਼ਿਆਦਾ ਮੁਸ਼ਕਿਲ, ਪਰ ਹੁਣ ਸਮਾਂ ਹੋ ਗਿਆ ਅੱਜ ਦੇ ਵਿਚਾਰ ਦਾ, ਉਹ ਦੱਸੋ ਕੀ ਹੈ ਜੀ?
ਅੱਜ ਦਾ ਵਿਚਾਰ ਹੈ ਜੀ, ਸਿਆਣੇ ਕਹਿੰਦੇ ਆ ਕਿ ਸਭ ਤੋਂ ਭਾਰੀ ਚੀਜ਼ ਖਾਲੀ ਜੇਬ ਹੁੰਦੀ ਹੈ। ਜੀ ਬਿਲਕੁਲ ਠੀਕ। ਇਸੇ ਨੋਟ ਤੇ ਅੱਜ ਦੇ ਪ੍ਰੋਗਰਾਮ ਦੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਹੈਵ ਅ ਗ੍ਰੇਟ ਡੇ।